ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਟ੍ਰੇਟ ਟਾਕ ਹੈ ਸਿੱਧੀ ਗੱਲ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਹੋਵੇਗੀ ਕਿਸਾਨੀ ਸੰਘਰਸ਼ ਦੇ ਬਾਰੇ, ਨਾਲ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਬੇਟੇ ਨੂੰ ਜਿਹੜਾ ਸੰਮਨ ਭੇਜਿਆ ਗਿਆ ਈਡੀ ਵੱਲੋਂ, ਕਿਉਂ ਭੇਜਿਆ ਗਿਆ, ਇਸ ਬਾਰੇ ਵੀ ਗੱਲਬਾਤ ਹੋਵੇਗੀ। ਜੇ ਅਸੀਂ ਹੁਣ ਗੱਲ ਕਰੀਏ ਲਾਪਤਾ ਸਰੂਪ ਮਾਮਲੇ ਦੀ, ਉਸ ਮਾਮਲੇ ਦੇ ਵਿੱਚ ਧਰਨਾਕਾਰੀਆਂ ਦੇ ਵੱਲੋਂ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਧਰਨੇ ਦਿੱਤੇ ਜਾ ਰਹੇ ਸੀ ਤੇ ਪਰ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਟਾਸਕ ਫੋਰਸ ਹੈ ਤੇ ਧਰਨਾਕਾਰੀਆਂ ਦੇ ਵਿੱਚ ਝੜਪ ਵੀ ਹੋਈ ਹੈ। ਕਿਉਂ ਹੋਈ ਹੈ ਉਹ ਝੜਪ, ਉਸ ਬਾਰੇ ਵੀ ਗੱਲਬਾਤ ਹੋਵੇਗੀ। ਬਿਹਾਰ ਦੀਆਂ ਚੋਣਾਂ ਬਾਰੇ ਵੀ ਗੱਲਬਾਤ ਹੋਵੇਗੀ। ਕਰੋਨਾ ਦਾ ਟੀਕਾ ਮੁਫਤ ਦਿੱਤੇ ਜਾਣ ਦੀ ਗੱਲਾਂ ਵੀ ਕੀਤੀਆਂ ਜਾ ਰਹੀਆਂ ਨੇ। ਹੋਰ ਬਹੁਤ ਸਾਰੀਆਂ ਖਬਰਾਂ ਨੇ, ਇਹ ਖਬਰਾਂ ਤੇ ਡਿਸਕਸ ਹੋਵੇਗੀ। ਪਰ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸਾਡੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ ਜੀ, ਕਿਵੇਂ ਹੋ ਜੀ? ਬਹੁਤ ਵਧੀਆ, ਬਿਲਕੁਲ ਕਿਰਪਾ ਹੈ। ਤੁਸੀਂ ਦੱਸੋ ਕਿਦਾਂ? ਵੈਰੀ ਗੁੱਡ ਜੀ। ਤੇ ਹੁਣ ਜੇ ਅਸੀਂ ਅੱਜ ਸ਼ੁਰੂਆਤ ਕਿਸਾਨੀ ਸੰਘਰਸ਼ ਤੋਂ ਕਰੀਏ, ਜੀ ਕਿਸਾਨੀ ਸੰਘਰਸ਼ ਦੇ ਵਿੱਚ ਚਾਹੇ ਜਿਹੜੇ ਪੰਜਾਬ ਦੇ ਵਿੱਚ ਮਤੇ ਪਾਸ ਕਰ ਦਿੱਤੇ ਗਏ ਸੀਗੇ, ਬਿੱਲ ਪਾਸ ਕਰ ਦਿੱਤੇ ਗਏ ਆ, ਜੇ ਮੈਂ ਕਹਿ ਸਕਦੀ ਹਾਂ ਤਾਂ ਉਹਦੇ ਲਈ ਥੋੜਾ ਸੰਘਰਸ਼ ਈਜ਼ੀ ਤਾਂ ਕਰ ਦਿੱਤਾ ਗਿਆ ਸੀ। ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਜਿਹੜੀ ਦੇ ਦਿੱਤੀ ਗਈ ਸੀ, ਪਰ ਹਜੇ ਵੀ ਸੰਘਰਸ਼ ਚੱਲ ਰਿਹਾ। ਹਜੇ ਵੀ ਕਿਸਾਨਾਂ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈਗਾ, ਉਹਦੇ ਮੱਦੇਨਜ਼ਰ ਅਸੀਂ ਪਿਛਲੇ ਦਿਨੀ ਦੇਖਿਆ ਕਿ ਪੁਤਲੇ ਫੂਕੇ ਗਏ ਹੈਗੇ ਆ ਮੋਦੀ ਦੇ। ਤੇ ਹੁਣ 1000 ਪਿੰਡਾਂ ਦੇ ਵਿੱਚ ਦੁਸ਼ਹਿਰੇ ਦੇ ਮੱਦੇਨਜ਼ਰ ਕਿ ਰਾਵਣ ਦੇ ਪੁਤਲੇ ਨਹੀਂ ਫੂਕੇ ਜਾਣਗੇ, ਮੋਦੀ ਦੇ ਪੁਤਲੇ ਫੂਕੇ ਜਾਣਗੇ। ਪੂਰੀ ਖਬਰ ਕੀ ਹੈ? ਦੇਖੋ, ਦੁਸ਼ਹਿਰੇ ਦੇ ਦਿਨ ਨੂੰ ਮੰਨਿਆ ਜਾਂਦਾ ਹੈ ਕਿ ਨੇਕੀ ਦੀ ਜਿੱਤ ਤੇ ਬਦੀ ਦੀ ਹਾਰ। ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਰਾਸ਼ਟਰੀ ਸੰਘਰਸ਼ ਚੱਲ ਰਿਹਾ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨੀ ਸਾਰੀ ਦੀ ਸਾਰੀ ਜਿਹੜੀ ਦੇਸ਼ ਦਾ ਢਿੱਡ ਭਰਦੀ ਸੀ, ਇਸ ਵੇਲੇ ਸੜਕਾਂ ਤੇ ਬੈਠੀ ਹੈ, ਰੇਲਵੇ ਲਾਈਨਾਂ ਤੇ ਬੈਠੀ ਹੈ। ਔਰ ਕੱਲੀ ਕਿਸਾਨੀ ਨਹੀਂ, ਨੌਜਵਾਨ ਵੀ ਸ਼ਾਮਲ ਹੈ ਔਰ ਔਰਤ ਵਰਗ ਜਿਹਨੇ ਘਰ ਸਾਂਭਣਾ ਹੁੰਦਾ ਹੈ, ਇਸ ਵੇਲੇ ਮੌਕਾ ਪੈਣ ਤੇ ਉਹ ਵੀ ਸੜਕਾਂ ਤੇ ਆ ਕੇ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ ਗਈਆਂ ਨੇ। ਪੰਜਾਬ ਦੇ ਵਿੱਚ ਹਾਲਾਤ ਇੱਕ ਐਮਰਜੈਂਸੀ ਵਰਗੇ ਬਣੇ ਹੋਏ ਆ। ਸਾਰਾ ਪੰਜਾਬ ਉਹਦਾ ਵੀ ਜੀ ਕਰਦਾ ਕਿ ਸਰਦੀਆਂ ਆ ਗਈਆਂ, ਉਹ ਵੀ ਆਪਣੇ ਘਰਾਂ 'ਚ ਛੋਟੇ ਛੋਟੇ ਜਵਾਕਾਂ ਨੂੰ ਲੈ ਕੇ ਔਰਤਾਂ ਬੈਠਣ, ਬੰਦੇ ਵੀ ਆਪਣੇ ਰੈਸਟ ਕਰ ਸਕਣ। ਪਰ ਕੇਂਦਰ ਸਰਕਾਰ ਵੱਲੋਂ ਜਿਹੜੇ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਕਾਨੂੰਨ, ਉਹ ਕਾਨੂੰਨ ਨੇ ਜਿਹੜਾ ਸਾਡੇ ਸਿਰ 'ਚ ਗਲੀ ਕੀਤੀ ਆ, ਉਹ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਵਿਚਲਿਤ ਕਰ ਰਹੀ ਹੈ, ਦੁਖੀ ਕਰ ਰਹੀ ਹੈ। ਸੰਘਰਸ਼ ਚੱਲ ਰਿਹਾ ਸੀ, ਕਿਸਾਨ ਜਥੇਬੰਦੀਆਂ ਨੂੰ ਲੱਗਦਾ ਸੀ ਕਿ ਜਦੋਂ ਅਸੀਂ ਸੰਘਰਸ਼ ਕਰਾਂਗੇ ਤਾਂ ਰਾਜਨੀਤਿਕ ਧਿਰ ਜਿਹੜੀ ਸੈਂਟਰ ਦੇ ਵਿੱਚ ਬੈਠੀ ਆ, ਉਹ ਸਾਨੂੰ ਕਾਲ ਕਰੂਗੀ, ਉਹ ਸਾਡੀਆਂ ਜਿਹੜੀਆਂ ਇਸ ਦੇ ਵਿੱਚ ਸ਼ੰਕਾਵਾਂ ਨੇ, ਸਾਡੇ ਦੁੱਖ ਤਕਲੀਫ ਨੇ, ਸਾਨੂੰ ਪਤਾ ਹੈ ਕਿ ਸਾਡੇ ਅਧਿਕਾਰਾਂ ਤੇ ਸੱਟ ਮਾਰਨੀ ਹੈ, ਉਸ ਤੇ ਉਹ ਗੱਲਬਾਤ ਕਰਨਗੇ ਤੇ ਇਸ ਕਾਨੂੰਨ ਨੂੰ ਵਾਪਸ ਲੈਣਗੇ, ਜਾਂ ਫਿਰ ਉਹਨਾਂ ਦੇ ਮੁਤਾਬਕ, ਜਥੇਬੰਦੀਆਂ ਦੇ ਮੁਤਾਬਕ ਇਹਦੇ ਵਿੱਚ ਸੋਧਾਂ ਕਰਨਗੇ। ਪਰ ਹੋਇਆ ਇਹ ਤੋਂ ਬਿਲਕੁਲ ਉਲਟਾ। ਕਿਸਾਨ ਜਥੇਬੰਦੀਆਂ ਸੜਕ ਤੇ ਬੈਠੀਆਂ, ਸੰਘਰਸ਼ ਕੀਤੇ, ਹੁਣ ਤੱਕ 8-10 ਜਾਨਾਂ ਵੀ ਜਾ ਚੁੱਕੀਆਂ ਨੇ। ਪਰ ਕੇਂਦਰ ਦੇ ਵਿੱਚ ਬੈਠੀ ਸਰਕਾਰ ਲੱਗਦਾ ਹੈ ਕਿ ਉਹਨੂੰ ਜਿਹੜੀ 300 ਤੋਂ ਉੱਪਰ ਆਈਆਂ ਸੀਟਾਂ ਨੇ ਨਾ, ਉਹਦਾ ਨਸ਼ਾ ਹੋਇਆ ਉਸ ਨਸ਼ੇ ਦੇ ਵਿੱਚ ਗੁਲਤਾਨ ਹੈ, ਉਹਨੂੰ ਅੱਗਾ ਪਿੱਛਾ ਦਿਖ ਨਹੀਂ ਰਿਹਾ। ਉਹ ਗੁਲਤਾਨ ਹੋਣ ਦੇ ਨਾਲ ਹੰਕਾਰ ਵੀ ਹੋ ਗਿਆ। ਜਦੋਂ ਦੋ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਨੁਕਸਾਨ ਕਰਦੀਆਂ ਹੁੰਦੀਆਂ ਨੇ। ਇੱਕ ਪਾਸੇ ਤਾਂ ਕਿਸਾਨ ਸੰਘਰਸ਼ ਕਰ ਰਹੇ ਆ, ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀਆਂ ਰੈਲੀਆਂ ਦੇ ਵਿੱਚ ਇਹ ਗੱਲ ਕਰ ਰਿਹਾ ਕਿ ਜਿਹੜੀ ਧਾਰਾ 370 ਹੈ ਜਾਂ ਫਿਰ ਜਿਹੜਾ ਕਿਸਾਨਾਂ ਦਾ ਮਾਮਲਾ ਹੈ, ਇਹਦੇ 'ਚ ਮੈਂ ਪਿੱਛੇ ਨਹੀਂ ਹਟਣਾ। ਜਿਹੜੀ ਲੋਕਤੰਤਰ ਦੇ ਵਿੱਚ ਤਾਨਾਸ਼ਾਹੀ ਜਿਹੜੀ ਬੋ ਆ ਰਹੀ ਹੈ, ਉਹਨੇ ਇਸ ਦੇ ਵਿੱਚ ਬਹੁਤ ਵੱਡਾ ਖੜਾ ਪਾ ਦਿੱਤਾ ਹੈ। ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਹਾਰ ਦੀ ਇੱਕ ਰੈਲੀ ਦੇ ਵਿੱਚ ਕਿਹਾ ਕਿ ਜਿਹੜੇ ਧਰਨਿਆਂ ਤੇ ਬੈਠੇ ਆ, ਉੱਥੇ ਦਲਾਲ ਬੈਠੇ ਆ, ਤਾਂ ਇਹ ਪੁੱਛਣ ਵਾਲਾ ਹੋਵੇ ਕਿ ਦਲਾਲ ਦੀ ਪਰਿਭਾਸ਼ਾ ਕੀ ਹੁੰਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਇਹ ਵੀ ਦੱਸ ਦਿੰਦਾ। ਦੇਸ਼ ਦਾ ਢਿੱਡ ਭਰਨ ਵਾਲਾ ਹੁਣ ਦਲਾਲ ਹੋ ਗਿਆ। ਦਲਾਲ ਤਾਂ ਅਸਲ 'ਚ ਉਹ ਹੁੰਦੇ ਆ ਜਿਹੜੇ ਮੌਕਾ ਪੈਣ ਤੇ ਕੋਈ ਸਰਕਾਰਾਂ ਤੋੜਨ ਦੇ ਵਿੱਚ ਕੰਮ ਕਰਦੇ ਹੋਣ। ਦਲਾਲ ਤਾਂ ਉਹ ਸੀ ਜਿਹੜੇ ਰਾਜਸਥਾਨ ਦੇ ਵਿੱਚ ਜਾ ਕੇ ਉੱਥੋਂ ਦੇ ਐਮਐਲਏ ਨੂੰ ਪੱਟ ਰਹੇ ਸੀ, ਪੈਸਿਆਂ ਦਾ ਜੁਗਾੜ ਕਰ ਰਹੇ ਸੀ। ਦਲਾਲ ਤਾਂ ਮੇਰੇ ਮੁਤਾਬਕ ਉਹ ਸੀ ਜਿਹੜੇ ਕਰਨਾਟਕਾ ਦੇ ਵਿੱਚ ਸਰਕਾਰਾਂ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਸੀ। ਦਲਾਲ ਤਾਂ ਮੇਰੇ ਖਿਆਲ ਨਾਲ ਉਹ ਵੀ ਸੀ ਜਿਹੜੀ ਮੱਧ ਪ੍ਰਦੇਸ਼ ਦੀ ਸਰਕਾਰ ਜਿਹੜੀ ਕੁਝ ਸਮਾਂ ਪਹਿਲਾਂ ਬਣੀ ਸੀ, ਉਹਨਾਂ ਨੂੰ ਪੈਸੇ ਦੇ ਕੇ 25-25 ਕਰੋੜ ਦਾ ਉਹਨਾਂ ਤੇ ਦੋਸ਼ ਲੱਗਦਾ ਰਿਹਾ। ਦਲਾਲ ਦੀ ਪਰਿਭਾਸ਼ਾ ਤਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਦਲਾਲ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜਾ ਮਿਹਨਤਕਸ਼ ਲੋਕ ਹੋਣ, ਜਿਹੜਿਆਂ ਦਾ ਭਵਿੱਖ ਖਤਰੇ 'ਚ ਹੋਵੇ, ਤੁਸੀਂ ਉਹਨਾਂ ਨੂੰ ਦਲਾਲ ਕਹਿ ਕੇ ਕਿਤੇ ਨਾ ਕਿਤੇ ਸਾਡੀ ਕਿਸਾਨੀ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਸ ਤੋਂ ਕਿਸਾਨਾਂ ਦੇ ਵਿੱਚ ਬੜਾ ਤਿੱਖਾ ਪ੍ਰਤੀਕਰਮ ਇਸ ਗੱਲ ਦਾ ਕਿਹਾ
ਉਹਨਾਂ ਨੇ ਵੀ ਫਿਰ ਕਿਉਂਕਿ ਸਿੱਖ ਕੌਮ ਪੰਜਾਬੀ ਯੋਧਿਆਂ ਦੀ ਧਰਤੀ ਹੈ, ਉਹਨਾਂ ਨੇ ਵੀ ਹੁਣ ਸਿੱਧਾ ਮੱਥਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜਿੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਚੱਲਣ ਦੇ ਦਿਓ, ਤਾਂ ਜਿਹੜੀ ਕੋਲੇ ਦੀ ਸਪਲਾਈ ਹੈ, ਜਿਹੜੇ ਥਰਮਲ ਪਲਾਂਟ ਨੇ, ਉਹ ਪੰਜਾਬ ਦੇ ਚੱਲਦੇ ਰਹਿਣ, ਤਾਂ ਜੋ ਪੰਜਾਬ ਹਨੇਰੇ 'ਚ ਨਾ ਡੁੱਬ ਜੇ। ਕਿਸਾਨਾਂ ਨੇ ਉਸ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਠੀਕ ਹੈ, ਰੇਲ ਗੱਡੀਆਂ ਚਲਾ ਲਓ, ਪਰ ਕੇਂਦਰ ਸਰਕਾਰ ਨੇ ਉਸ ਦੇ ਵਿੱਚ ਵੀ ਖੇਡ ਖੇਡੀ। ਇੱਕ ਤਾਂ ਇਹ ਹੋਇਆ ਕਿ ਮਾਲ ਗੱਡੀਆਂ ਜਿਹੜੀਆਂ ਨੇ ਕੋਲਾ ਲੈ ਕੇ ਆਉਣਾ ਸੀ, ਉਹ ਤਾਂ ਚੱਲੀਆਂ, ਕਿਸਾਨਾਂ ਨੇ ਰਸਤੇ ਦਿੱਤੇ, ਪਰ ਕੁਝ ਰੇਲ ਗੱਡੀਆਂ ਜਿਹੜੀਆਂ ਬੜੀ ਤੇਜ਼ੀ ਨਾਲ ਸਟੇਸ਼ਨਾਂ ਤੋਂ ਨਿਕਲ ਰਹੀਆਂ ਸੀ, ਜਦੋਂ ਉਹਨਾਂ ਤੇ ਪੜਿਆ ਗਿਆ ਤਾਂ ਉਹਨਾਂ ਤੇ ਅਡਾਨੀ ਕਾਰਪੋਰੇਸ਼ਨ ਜਦੋਂ ਲਿਖਿਆ ਗਿਆ, ਕਿਸਾਨਾਂ ਦਾ ਗੁੱਸਾ ਉਬਾਲ ਖਾ ਗਿਆ। ਉਹਨਾਂ ਨੇ ਉੱਥੇ ਜਾ ਕੇ ਮੋਗੇ ਦੇ ਕੋਲ ਜਿਹੜਾ ਅਡਾਨੀ ਦਾ ਸੈਲੋ ਬਣਿਆ ਹੋਇਆ ਸੀ, ਉਹ ਰੇਲ ਗੱਡੀ ਘੇਰ ਲਈ। ਉਸ ਰੇਲ ਗੱਡੀ ਤੇ ਜਦੋਂ ਉਹਨਾਂ ਨੇ ਘੇਰਾ ਪਾਇਆ, ਫਿਰ ਪ੍ਰਸ਼ਾਸਨ ਨੂੰ ਵਿੱਚ ਆਉਣਾ ਪਿਆ। ਉਹਨਾਂ ਨੇ ਖਾਲੀ ਗੱਡੀ ਉੱਥੋਂ ਫਿਰ ਵਾਪਸ ਭੇਜੀ, ਉਹਨਾਂ ਨੇ ਮੂੰਹ ਤੇ ਚਪੇੜ ਮਾਰੀ। ਦੂਜੇ ਪਾਸੇ ਪਤਾ ਲੱਗਿਆ ਕਿ ਰੇਲਵੇ ਦਾ ਅਧਿਕਾਰੀ, ਕਿਉਂਕਿ ਰੇਲ ਮੰਤਰਾਲਾ ਜਿਹੜਾ ਹੈ ਕੇਂਦਰ ਸਰਕਾਰ ਦੇ ਅਧੀਨ ਹੁੰਦਾ ਹੈ, ਰੇਲ ਦੇ ਇੱਕ ਅਧਿਕਾਰੀ ਨੇ ਵਿੱਚ ਇਹ ਵੀ ਕੋਸ਼ਿਸ਼ ਕੀਤੀ ਕਿ ਮੁਸਾਫਰ ਗੱਡੀਆਂ ਚਲਾ ਦੇਵਾਂ। ਮੁਸਾਫਰ ਗੱਡੀ ਵੀ ਚਲਾਤੀ ਗਈ। ਕਿਸਾਨਾਂ ਨੂੰ ਜਦ ਇਸ ਬਾਰੇ ਪਤਾ ਲੱਗਿਆ, ਉਹਨਾਂ ਨੇ ਉਹ ਵੀ ਗੱਡੀ ਘੇਰ ਲਈ। ਉਹ 'ਚ ਜਿੰਨੇ ਕੁ ਮੁਸਾਫਰ 10-20 ਸੀਗੇ ਉਤਾਰੇ, ਤੇ ਉਹ ਵੀ ਉੱਥੋਂ ਵਾਪਸ ਕਰਕੇ ਭੇਜੀ ਗਈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲੱਗਦਾ ਅਰਸ਼ ਜੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ 'ਚ ਫੈਸਲਾ ਲੈਣ ਦੀ ਬਜਾਏ ਜਿਹੜਾ ਡੰਡਾ ਤੰਤਰ, ਜਿਹੜੀ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਉਸ ਤੋਂ ਪੰਜਾਬ ਦੇ ਲੋਕ ਇਸ ਵੇਲੇ ਗੁੱਸੇ ਦੇ ਵਿੱਚ ਨੇ। ਪੰਜਾਬ ਦੇ ਲੋਕਾਂ ਨੇ ਇਸ ਦੁਸ਼ਹਿਰੇ ਤੇ, ਜਿਹੜਾ ਕਿ ਇਹ ਕਿਹਾ ਜਾਂਦਾ ਸੀ ਕਿ ਬਦੀ ਦੀ ਪ੍ਰਤੀਕ ਰਾਵਣ ਨੂੰ ਫੂਕਿਆ ਜਾਂਦਾ ਸੀ, ਇਸ ਵਾਰੀ 1000 ਥਾਵਾਂ ਤੇ ਨਰਿੰਦਰ ਮੋਦੀ, ਅਡਾਨੀ ਤੇ ਅਮਾਨੀ ਇਹਨਾਂ ਦੇ ਰਾਵਣ ਰੂਪੀ ਬੁੱਤ ਬਣਾ ਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਚੱਕ ਲਾਉਣਗੇ। ਔਰ ਨਾਲ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਇਹ ਗੱਲ ਕਹੀ ਹੈ, ਕਿਉਂਕਿ ਇਹ ਇਕੱਲਾ ਕਿਸਾਨ ਦਾ ਮਾਮਲਾ ਨਹੀਂ, ਇਹ ਪੰਜਾਬ ਦਾ ਮਾਮਲਾ ਹੈ। ਇਹ ਸਾਡੀ ਉੱਥੋਂ ਦੀ ਸੋਸ਼ਲ ਸੁਸਾਇਟੀ ਜਿਹੜੀ ਹੈਗੀ ਹੈ, ਉਸ ਦਾ ਮਾਮਲਾ ਹੈ। ਇਸ ਦੇ ਵਿੱਚ ਹਿੰਦੂ ਭਾਈਚਾਰਾ ਵੀ ਪ੍ਰਭਾਵਿਤ ਹੋਣਾ ਹੈ, ਇਹਦੇ 'ਚ ਆੜਤੀ ਭਾਈਚਾਰਾ ਵੀ ਪ੍ਰਭਾਵਿਤ ਹੋਣਾ ਹੈ, ਇਹਦੇ 'ਚ ਕੋਈ ਤੜੀ ਤੰਬੜੀ ਜਿਹੜੇ ਰੇਹੜੀਆਂ ਲਾਉਣ ਵਾਲੇ ਉਹਨਾਂ ਨੇ ਵੀ ਪ੍ਰਭਾਵਿਤ ਹੋਣਾ ਹੈ, ਇਹਦੇ 'ਚ ਦੁਕਾਨਦਾਰਾਂ ਨੇ ਵੀ ਪ੍ਰਭਾਵਿਤ ਹੋਣਾ ਹੈ। ਇਸ ਕਰਕੇ ਜਿਹੜਾ ਇਹ ਫੈਸਲਾ ਅੱਜ ਉੱਥੇ ਜਿਹੜੀ 25 ਤਰੀਕ ਹੈ ਇੰਡੀਆ ਦੇ ਵਿੱਚ, ਅੱਜ ਉੱਥੇ ਵੱਡੇ ਪੱਧਰ ਤੇ ਪੁਤਲੇ ਫੂਕ ਕੇ ਕੇਂਦਰ ਸਰਕਾਰ ਨੂੰ ਇਹ ਪੰਜਾਬੀਆਂ ਨੇ ਫੈਸਲਾ ਕਰ ਰਿਹਾ ਕਿ ਸਿੱਧਾ ਉਹ ਚੈਲੰਜ ਕਰਨ ਤੇ ਆ। ਜੀ ਬਿਲਕੁਲ। ਨਾਲ ਹੁਣ ਜਿਹੜੇ ਬਿੱਲ ਪਾਸ ਕੀਤੇ ਗਏ ਪੰਜਾਬ ਦੇ ਵਿੱਚ, ਉਹ ਬਿੱਲ ਪਾਸ ਤਾਂ ਹੋ ਗਏ ਹੈਗੇ, ਪਰ ਹਜੇ ਗਵਰਨਰ ਦੇ ਸਾਈਨ ਹੋਣੇ ਆ, ਰਾਸ਼ਟਰਪਤੀ ਦੇ ਸਾਈਨ ਹੋਣੇ ਹੈਗੇ, ਉਹ ਵੀ ਕੇਂਦਰ ਸਰਕਾਰ ਦੇ ਅੰਡਰ ਆਉਂਦੇ। ਤੁਹਾਨੂੰ ਕੀ ਲੱਗਦਾ ਕਿ ਸੰਘਰਸ਼ ਸਾਡਾ ਹਜੇ ਸਟਾਰਟ ਹੀ ਹੋਇਆ? ਸੰਘਰਸ਼ ਬਿਲਕੁਲ ਤੁਸੀਂ ਸਹੀ ਗੱਲ ਕਹੀ ਆ। ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ, ਉਸ ਮੰਤਰੀ ਮੰਡਲ ਦੇ ਵਿੱਚ ਫੈਸਲਾ ਲੈਣ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਇੱਕ ਬੀਜੇਪੀ ਦੇ ਕੁਝ ਲੋਕਾਂ ਨੂੰ ਛੱਡ ਕੇ ਅਰਸ਼ ਜੀ ਉਸ ਦੇ ਖਿਲਾਫ ਇਹ ਵੋਟ ਪਾਈ, ਮਤਾ ਪਾਸ ਹੋਇਆ, ਗਵਰਨਰ ਨੂੰ ਸੌਂਪ ਦਿੱਤਾ ਗਿਆ। ਪਰ ਜਿਹੜਾ ਗਵਰਨਰ ਹੈ, ਹਮੇਸ਼ਾ ਹੀ ਮੰਨਿਆ ਜਾਂਦਾ ਕਿ ਕੇਂਦਰ ਸਰਕਾਰ ਦੀ ਰਬੜ ਦੀ ਮੋਹਰ ਹੁੰਦੀ ਹੈ। ਉਹਨਾਂ ਵੱਲੋਂ ਲਾਇਆ ਗਿਆ ਆਪਣਾ ਇੱਕ ਨੁਮਾਇੰਦਾ ਹੁੰਦਾ, ਜਿਸ ਨੇ ਕੇਂਦਰ ਸਰਕਾਰ ਦੀ ਭਾਸ਼ਾ ਦੇ ਵਿੱਚ ਭਾਸ਼ਾ ਆਪਣੀ ਬੋਲਣੀ ਹੁੰਦੀ ਹੈ। ਪੰਜਾਬ ਸਰਕਾਰ ਉਹਨਾਂ ਨੂੰ ਦੇ ਤਾਂ ਆਈ ਆਪਣਾ ਬਿੱਲ ਪਾਸ ਕਰਕੇ। ਹੁਣ ਇਸ ਮਾਮਲੇ 'ਚ ਮੈਨੂੰ ਲੱਗਦਾ ਨਹੀਂ ਕਿ ਗਵਰਨਰ ਇਸ ਮਾਮਲੇ 'ਚ ਉੱਤੇ ਸਿਗਨੇਚਰ ਕਰੂਗਾ। ਇਹ ਹੋ ਸਕਦਾ ਹੈ ਕਿ ਹਾਂਜੀ ਇਸ ਗੱਲ ਨੂੰ ਲਟਕਾਉਣ ਵਾਸਤੇ ਉਹ ਇਸ ਮਾਮਲੇ ਨੂੰ ਕੇਂਦਰ ਸਰਕਾਰ ਦੇ ਕੋਲ ਭੇਜ ਦੇਣ। ਆਪਾਂ ਨੂੰ ਇਹ ਵੀ ਪਤਾ, ਜਦੋਂ ਇੱਥੋਂ ਪਾਸ ਹੋ ਜਾਣਾ ਤਾਂ ਉਹਨੇ ਕੇਂਦਰ ਦੇ ਵਿੱਚ ਜਦੋਂ ਪਹੁੰਚਣਾ ਤਾਂ ਰਾਸ਼ਟਰਪਤੀ ਜਾਂ ਕੇਂਦਰ ਸਰਕਾਰ ਉਹ ਵੀ ਸਾਰੀ ਉਹਨਾਂ ਦੀ ਹੈ। ਉਹਨਾਂ ਨੇ ਅਰਸ਼ ਜੀ ਉਸ ਮਾਮਲੇ 'ਚ ਮੈਨੂੰ ਲੱਗਦਾ ਨਹੀਂ ਕਿ ਉਹ ਵੀ ਇਸ ਤੇ ਸਿਗਨੇਚਰ ਕਰਨਗੇ। ਔਰ 100% ਹੀ ਤਕਰੀਬਨ ਇਸ ਤਰ੍ਹਾਂ ਦਾ ਜਿਸ ਤਰੀਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਜ਼ਰੀਆ ਨਜ਼ਰ ਆਉਂਦਾ। ਸੋ ਇਸ ਕਰਕੇ ਇਹ ਸੰਘਰਸ਼ ਹੈ ਜਿਹੜਾ, ਇਹ ਇਕੱਲਾ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਸੰਘਰਸ਼ ਨਹੀਂ ਹੈ। ਪੰਜਾਬ ਦੇ ਉਹੀ ਕਿਸਾਨਾਂ ਦੇ ਜਵਾਕ, ਉਹੀ ਪੰਜਾਬੀ ਬਾਹਰਲੇ ਮੁਲਕਾਂ 'ਚ ਆ ਗਏ ਹੈ। ਹੁਣ ਇਹ ਲੜਾਈ ਸਭ ਦੀ ਹੋ ਗਈ ਹੈ, ਬਾਹਰਲੇ ਬੈਠੇ ਪੰਜਾਬੀਆਂ ਦੀ ਵੀ ਇਹ ਲੜਾਈ ਹੋ ਗਈ ਹੈ। ਇਸ ਮਾਮਲੇ 'ਚ ਸਾਰੇ ਪੰਜਾਬੀਆਂ ਨੂੰ, ਬਾਹਰਲਿਆਂ ਨੂੰ ਬੈਠ ਕੇ ਵੀ ਕਿਸਾਨਾਂ ਦੀ ਪਿੱਠ ਤੇ ਖੜਨਾ ਹੋਊਗਾ, ਉਹਨਾਂ ਦੀ ਹਰ ਪੱਖੋਂ ਮਦਦ ਕਰਨੀ ਹੋਊਗੀ। ਜਿਸ ਤਰੀਕੇ ਨਾਲ ਵੀ ਉਹਨਾਂ ਨਾਲ ਚਾਹੇ ਫਾਈਨੈਂਸ਼ੀਅਲੀ ਖੜਨ, ਚਾਹੇ ਫਿਜ਼ੀਕਲੀ ਖੜਨ, ਜਿਵੇਂ ਵੀ ਹੋਵੇ ਇਹ ਸੰਘਰਸ਼ ਕਿਉਂਕਿ ਬੜਾ ਲੰਬਾ ਚੱਲਣਾ ਹੈ। ਇਸ ਦੇ ਵਿੱਚ ਜਿਹੜਾ ਕਿਸਾਨ ਵਿਚਾਰਾ ਆਪਣੀ ਖੇਤੀਬਾੜੀ ਛੱਡ ਕੇ ਜਾਂਦਾ ਹੈ, ਉਹਨਾਂ ਦਾ ਪੈਸੇ ਟਕੇ ਦਾ ਬਹੁਤ ਨੁਕਸਾਨ ਹੋਣਾ ਹੈ। ਸੋ ਇਸ ਕਰਕੇ ਇਸ ਵੇਲੇ ਜਿਹੜੀ ਵਿਦੇਸ਼ਾਂ ਦੇ ਵਿੱਚ ਜਿਹੜੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਵੱਡੀਆਂ ਸੰਸਥਾਵਾਂ ਨੇ ਵੀ ਕਿਸਾਨਾਂ ਦੇ ਹੱਕ 'ਚ ਖੜਨ ਦਾ ਐਲਾਨ ਕਰ ਦਿੱਤਾ ਹੈ। ਇਸ ਗੱਲ 'ਚ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਨੇ ਕਿ ਸਾਡੀ ਇੰਡੀਅਨ ਐਮਬੈਸੀਜ਼, ਜਿਵੇਂ ਜਰਮਨ ਦੇ ਵਿੱਚ ਇਹ ਗੱਲ ਆਈ
ਕਿ ਉੱਥੋਂ ਦੇ ਪੰਜਾਬੀਆਂ ਦੀਆਂ ਸੂਚੀਆਂ ਵਗੈਰਾ ਇਕੱਠੀਆਂ ਕਰ ਰਹੀਆਂ ਨੇ, ਪਰ ਜਦੋਂ ਉੱਥੋਂ ਦੇ ਕੁਝ ਲਾਰਸ ਨੇ, ਕੁਝ ਜਿਹੜੇ ਸੋਸ਼ਲ ਐਕਟੀਵਿਸਟ ਸੀ, ਜਦੋਂ ਉਹਨਾਂ ਨੇ ਇਸ ਗੱਲ ਨੂੰ ਜਨਤਕ ਕੀਤਾ, ਭਾਵੇਂ ਉਹ ਲੈਟਰ ਵਾਪਸ ਲੈ ਲਈ ਗਈ ਹੈ, ਪਰ ਇਹ ਬਹੁਤ ਸਾਰੀਆਂ ਚੀਜ਼ਾਂ ਵੱਲ ਇਸ਼ਾਰੇ ਜ਼ਰੂਰ ਕਰਦਾ। ਜੀ ਬਿਲਕੁਲ, ਹਜੇ ਇਹ ਸੰਘਰਸ਼ ਜਿਵੇਂ ਤੁਸੀਂ ਕਿਹਾ ਕਿ ਬਹੁਤ ਅੱਗੇ ਚੱਲਣ ਵਾਲਾ ਹੈਗਾ ਆ, ਹਜੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ, ਕਿਉਂਕਿ ਜਿਹੜੇ ਬਿੱਲ ਪਾਸ ਕੀਤੇ ਗਏ ਆ ਉਹਦੇ ਵਿੱਚ ਵੀ ਕਈਆਂ ਵੱਲੋਂ ਸੋਧ ਦੀ ਮੰਗ ਕੀਤੀ ਗਈ ਹੈ, ਕਿਉਂਕਿ ਉਹਦੇ ਸਿਰਫ ਕਣਕ ਤੇ ਝੋਨੇ ਦਾ ਨਾਮ ਲਿਆ ਗਿਆ ਹੈਗਾ, ਹੋਰ ਜਿਹੜਾ ਫਸਲਾਂ ਹੈਗੀਆਂ ਉਹਨਾਂ ਦਾ ਨਾਮ ਨਹੀਂ ਲਿਆ ਗਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਤੇ ਸੰਘਰਸ਼ ਜਿਹੜਾ ਆਉਣ ਵਾਲਾ ਸਮਾਂ, ਪਰ ਇੱਕ ਗੱਲ ਇਹ ਜ਼ਰੂਰ ਸਾਨੂੰ ਦੱਸ ਗਿਆ ਕਿ ਏਕਾ ਅਜੇ ਵੀ ਬਰਕਰਾਰ ਹੈ ਪੰਜਾਬ ਦੇ ਵਿੱਚ, ਅਜੇ ਵੀ ਸਾਰੇ ਲੋਕ ਇੱਕ, ਜੇ ਕੋਈ ਹੱਕਾਂ ਦੇ ਸਾਹਮਣੇ ਆਉਂਦਾ ਤਾਂ ਅਸੀਂ ਹਜੇ ਵੀ ਉਹਨਾਂ ਦੇ ਸਾਹਮਣੇ ਡਟ ਕੇ ਖੜੇ ਹੁੰਨੇ ਆ ਤੇ ਏਕਤਾ ਦਿਖਾਈ ਹੈਗੀ ਹੈ। ਨਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਜੇ ਗੱਲ ਕਰੀਏ, ਮੁੱਖ ਮੰਤਰੀ ਦੀਆਂ ਮੁਸ਼ਕਲਾਂ ਵੀ ਘਟਣ ਦਾ ਨਾਂ ਨਹੀਂ ਲੈ ਰਹੀਆਂ ਹੈਗੀਆਂ, ਕਿਉਂਕਿ ਉਹਨਾਂ ਦੇ ਜੋ ਬੇਟੀ ਆ ਰਣਿੰਦਰ, ਉਹਨਾਂ ਦੇ ਉੱਤੇ ਇੱਕ ਜੋ ਫੈਮਾ ਦਾ ਜਿਹੜਾ ਕੇਸ ਹੈਗਾ ਆ ਉਹ ਪਾਇਆ ਜਾ ਰਿਹਾ ਹੈਗਾ ਆ, ਤੇ ਨਾਲ ਨਾਲ ਉਹਨਾਂ ਨੂੰ ਸੰਮਨ ਵੀ ਭੇਜ ਦਿੱਤਾ ਗਿਆ, ਜਿਹੜਾ ਉਹਨਾਂ ਨੇ 28 ਤਰੀਕ ਨੂੰ 28 ਅਕਤੂਬਰ ਨੂੰ ਪੇਸ਼ ਵੀ ਹੋਣਾ ਹੈਗਾ ਆ। ਉਹਨਾਂ ਤੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਵੀ ਜਿਹੜੀ ਜਜਮੈਂਟ ਕੀਤੀ ਜਾ ਰਹੀ ਹੈਗੀ ਹੈ, ਇਨਵੈਸਟੀਗੇਸ਼ਨ ਕਹਿ ਸਕਦੇ ਹਾਂ ਕੀਤੀ ਜਾ ਰਹੀ ਹੈ। ਪੂਰੀ ਖਬਰ ਕੀ ਹੈ, ਕਿਉਂ ਸੰਮਨ ਭੇਜਿਆ ਗਿਆ? ਅਸਲ 'ਚ ਜੇਕਰ ਮੈਂ ਸਿੱਧੀ ਗੱਲ ਅਰਸ਼ੀ ਕਹਾਂ ਤਾਂ ਸਾਰੀ ਸਿਆਸਤ ਦੀ ਖੇਡ ਹੈ। ਸਾਡੇ ਭਾਰਤ ਦੇ ਵਿੱਚ ਤੁਹਾਡੇ ਇੱਥੇ ਵਾਂਗੂ ਸਾਫ਼ ਸੁਥਰੀ ਸਿਆਸਤ ਨਹੀਂ ਹੁੰਦੀ। ਸਾਡੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਕੋਈ ਸਿਆਸੀ ਬੰਦਾ ਉਹਨੂੰ ਇਸ ਤਰੀਕੇ ਨਾਲ ਜੜ ਥੱਲੇ ਲੈ ਲਿਆ ਜਾਵੇ, ਫਿਰ ਜਦੋਂ ਲੋੜ ਪੈਣ ਤੇ ਉਹਨੂੰ ਰਗੜ ਦਿੱਤਾ ਜਾਵੇ। ਸੋ ਸਾਰੀਆਂ ਰਾਜਨੀਤਿਕ ਪਾਰਟੀਆਂ ਸਮੇਂ-ਸਮੇਂ ਤੇ ਇਹ ਕਰਦੀਆਂ ਰਹੀਆਂ ਨੇ। ਪੁਰਾਣਾ ਇਤਿਹਾਸ, ਕਾਂਗਰਸ ਵੇਲੇ ਵੀ ਕੁਝ ਇਸ ਤਰ੍ਹਾਂ ਹੁੰਦਾ ਰਿਹਾ, ਪਰ ਜਿਹੜਾ ਇਸ ਵੇਲੇ ਹੋ ਰਿਹਾ ਉਹ ਕੁਝ ਜ਼ਿਆਦਾ ਹੀ ਹੋ ਰਿਹਾ। ਅਸਲ 'ਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਜਦੋਂ 2007 ਤੋਂ 2017 ਤੱਕ ਸਾਬਕਾ ਮੁੱਖ ਮੰਤਰੀ ਰਹੇ, ਬੀਜੇਪੀ ਤੇ ਅਕਾਲੀ ਦਲ ਸਰਕਾਰ ਰਹੀ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦਾ ਬੇਟਾ ਰਣਿੰਦਰ ਸਿੰਘ, ਇਹਨਾਂ ਤੇ 2 ਤੋਂ 3 ਮੁਕੱਦਮੇ ਦਰਜ ਹੋਏ ਸੀ। ਉਹਨਾਂ ਮੁਕੱਦਮਿਆਂ ਦੇ ਵਿੱਚ ਕਾਫੀ ਸਾਰੇ ਦੋਸ਼ ਲੱਗੇ ਸੀ ਔਰ ਰਣਿੰਦਰ ਨੂੰ ਈਡੀ ਵੱਲੋਂ, ਜਾਂ ਦੂਸਰੇ ਪਾਸੇ ਆਪਾਂ ਕਹਿ ਲਈਏ ਕਿ ਫੇਮਾ ਦੇ ਤਹਿਤ, ਜਿਸ ਦੇ ਵਿੱਚ ਫਾਈਨੈਂਸ਼ੀਅਲ ਗੜਬੜੀਆਂ ਦੇ ਦੋਸ਼ ਹੇਠ ਉਹਨਾਂ ਤੇ ਮੁਕੱਦਮੇ ਦਰਜ ਹੋਏ ਸੀ। ਉਦੋਂ ਤੋਂ ਉਹਨਾਂ ਦੇ ਪੇਸ਼ੀਆਂ ਪੈਂਦੀਆਂ ਸੀ, ਲਗਾਤਾਰ ਪਈ ਜਾਂਦੀਆਂ ਸੀ, ਫਿਰ ਵਿੱਚ ਨੂੰ ਚੁੱਪ ਕਰ ਜਾਂਦੀ ਸੀ, ਫਿਰ ਸੰਮਣ ਵਿੱਚ ਨੂੰ ਰਹਿ ਜਾਂਦੇ ਸੀ। ਫਿਰ ਜਦੋਂ ਵੀ ਕੋਈ ਸਿਆਸਤ ਜਾਂ ਕੋਈ ਚੋਣ ਆਉਂਦੀ ਸੀ, ਉਸ ਵੇਲੇ ਕੈਪਟਨ ਅਮਰਿੰਦਰ ਦੇ ਖਿਲਾਫ ਜਾਂ ਫਿਰ ਰਣਿੰਦਰ ਸਿੰਘ ਦੇ ਖਿਲਾਫ, ਉਸ ਵੇਲੇ ਜਦੋਂ ਇਹ ਐਕਟੀਵਿਟੀ ਹੁੰਦੀ ਸੀ, ਉੱਥੋਂ ਹੀ ਨਜ਼ਰ ਆਉਂਦਾ ਸੀ ਕਿ ਸਿਆਸੀ ਲੋਕ ਇਸ ਖੇਡ ਦੇ ਵਿੱਚ ਭਾਵੇਂ ਉਹਨਾਂ ਨੂੰ ਨੁਕਸਾਨ ਪਹੁੰਚੇ ਨਾ ਪਹੁੰਚੇ, ਪਰ ਇਹਨੂੰ ਲਟਕਾ ਕੇ ਜਿਹੜੀਆਂ ਤਾਕਤਵਰ ਧਿਰਾਂ ਨੇ ਉਹਨਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਹੁਣ ਇਹ ਟਾਈਮਿੰਗ ਦੇਖੋ, ਇਸ ਵੇਲੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ। ਉਸ ਸੈਸ਼ਨ ਦੇ ਵਿੱਚ ਜਦੋਂ ਬਿੱਲ ਪਾਸ ਕੀਤਾ ਗਿਆ, ਉਸ ਬਿੱਲ ਪਾਸ ਹੋਣ ਦਾ ਜੇ ਮੇਰੇ ਖਿਆਲ ਨਾਲ 24 ਘੰਟੇ ਸੀ ਟੱਪੇ, ਰਣਿੰਦਰ ਸਿੰਘ ਨੂੰ ਈਡੀ ਤੇ ਸੰਮਣ ਆ ਜਾਂਦੇ ਆ। ਹੁਣ ਰੋਚਕ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸਨ 2016 ਜਦੋਂ ਚੋਣਾਂ ਤੋਂ ਕੁਝ ਦੇਰ ਪਹਿਲਾਂ ਸੀ, ਉਸ ਵੇਲੇ ਵੀ ਰਣਿੰਦਰ ਨੂੰ ਸੱਦਿਆ ਗਿਆ ਸੀ, ਉਸ ਵੇਲੇ ਵੀ ਕੈਪਟਨ ਅਮਰਿੰਦਰ ਨੂੰ ਸੱਦਿਆ ਗਿਆ ਸੀ। ਸੋ ਉਸ ਤੋਂ 4 ਸਾਲ ਤੱਕ ਈਡੀ ਸੁੱਤੀ ਪਈ ਰਹੀ, ਕਿਸੇ ਨੇ ਇਹਨਾਂ ਨੂੰ ਪੁੱਛਿਆ ਨਹੀਂ, ਕਿਉਂਕਿ ਇਹ ਗੱਲ ਦੇ ਦੋਸ਼ ਲੱਗਦੇ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਬੀਜੇਪੀ ਦੀ ਹਾਇਰ ਜਿਹੜੀ ਕਰਸੀ ਉਹਦੀ ਗੁੱਡਬੁੱਕ 'ਚ ਰਹਿੰਦਾ ਸੀ। ਹੁਣ ਉਹਨੇ ਜਿਹੜਾ ਫੈਸਲਾ ਲਿਆ, ਇਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੇਰੇ ਖਿਆਲ ਨਾਲ ਥੋੜਾ ਜਿਹਾ ਵਿਚਲਿਤ ਕਰ ਦਿੱਤਾ। ਉਹ ਤਾਂ ਫਿਰ ਰਹਿ ਨਹੀਂ ਹੋਇਆ, ਉਹਨਾਂ ਨੇ ਰਾਤੋਂ ਰਾਤ ਇਸ ਦਾ ਬਦਲਾ ਲੈਣ ਵਾਸਤੇ ਇਹਨਾਂ ਨੂੰ ਕਥਿਤ ਰੂਪ ਵਿੱਚ ਸੰਮਣ ਭੇਜ ਦਿੱਤੇ। ਹੁਣ ਉਹ ਮਾਮਲੇ ਦੇ ਵਿੱਚ ਹੁੰਦਾ ਕੀ ਹੈ, ਪਰ ਇਹ ਗੱਲ ਚਰਚਾ ਜ਼ਰੂਰ ਬਣ ਗਈ ਹੈ ਕਿ ਦੇਸ਼ ਦੇ ਵਿੱਚ ਮੌਜੂਦਾ ਜਿਹੜੀ ਬੀਜੇਪੀ ਹੈ, ਉਹ ਜਿਹੜਾ ਸਰਕਾਰੀ ਤੰਤਰ ਜਿਹੜਾ ਇੱਕ ਇੰਡੀਪੈਂਡੈਂਟ ਤੌਰ ਤੇ ਚੱਲਣਾ ਚਾਹੀਦਾ ਸੀ, ਚਾਹੇ ਈਡੀ ਹੈ, ਚਾਹੇ ਸੀਬੀਆਈ ਹੈ, ਜਾਂ ਫਿਰ ਹੋਰ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਡਿਪਾਰਟਮੈਂਟ ਹੈਗੇ ਆ, ਇਨਕਮ ਟੈਕਸ ਦਾ ਡਿਪਾਰਟਮੈਂਟ ਹੈ, ਉਹਨਾਂ ਨੂੰ ਆਪਣਾ ਇੱਕ ਟੂਲ ਦੇ ਤੌਰ ਤੇ, ਇੱਕ ਲੱਠਮਾਰ ਦੇ ਤੌਰ ਤੇ, ਇੱਕ ਥਾਣੇਦਾਰ ਦੇ ਤੌਰ ਤੇ ਉਹਨਾਂ ਨੂੰ ਵਰਤ ਰਹੇ ਹੈ। ਜਿਹੜਾ ਬੰਦਾ ਉਹਨਾਂ ਦੇ ਖਿਲਾਫ ਕੋਈ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਬਾਂਹ ਮਰੋੜ ਕੇ, ਜਿਹੜੀ ਮੈਂ ਸਟਾਰਟਿੰਗ 'ਚ ਗੱਲ ਕਹੀ ਸੀ ਨਾ ਤੁਹਾਨੂੰ ਕਿ ਤਾਨਾਸ਼ਾਹੀ ਦੀ ਜਿਹੜੀ ਬੂ ਆ ਰਹੀ ਹੈ, ਉਸ ਲੋਕਤੰਤਰ ਦੇ ਵਿੱਚ ਭਾਵੇਂ ਬਹੁਤ ਡਰਾਮਾ ਕੀਤਾ ਜਾ ਰਿਹਾ ਹੈ, ਪਰ ਜਿਸ ਤਰੀਕੇ ਨਾਲ ਬਾਂਹ ਮਰੋੜ ਕੇ ਸਾਰਿਆਂ ਨੂੰ ਆਪਣੀ ਜੁੱਤੀ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨੂੰ ਕੁੱਲ ਮਿਲਾ ਕੇ ਜਿਹੜੀ ਪੱਤਰਕਾਰਤਾ ਦੀ ਦੁਨੀਆ ਇਸ ਲਹਿਜੇ ਨਾਲ ਦੇਖਦੀ ਹੈ। ਜੀ ਬਿਲਕੁਲ, ਨਾਲ ਹੁਣ ਜਿੱਦਾਂ ਬੀਜੇਪੀ ਦੀ ਗੱਲ ਕਰ ਰਹੇ ਹਾਂ ਅਸੀਂ, ਸਾਰੇ ਦੇਸ਼ ਦੇ ਵਿੱਚ ਹੁਣ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਵੀ ਹੁਣ ਉਹਨਾਂ ਨੂੰ ਮੂੰਹ ਲਾਉਣ ਦੀ ਗੱਲ ਨਹੀਂ ਕਰ ਰਿਹਾ ਹੈਗਾ ਬੀਜੇਪੀ ਨੂੰ, ਕਿਉਂਕਿ ਬੀਜੇਪੀ ਹੁਣ ਆਪਣਾ ਆਧਾਰ ਲੱਭ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਕੀਤਾ ਜਾਵੇ। ਹੁਣ ਦਲਿਤਾਂ ਦੀ ਸਰਕਾਰ ਉਹ ਨਹੀਂ ਹੈਗੀ, ਪਰ ਦਲਿਤਾਂ ਦੇ ਪ੍ਰਤੀ ਉਹਨਾਂ ਨੂੰ ਹੇਜ ਜਿਹੜਾ ਜਾਗ ਪਿਆ ਹੈਗਾ। ਹੁਣ ਅਸੀਂ ਜੇ ਦੇਖੀਏ ਤਾਂ ਜਿਹੜਾ ਅੰਬੇਦਕਰ ਦੇ ਬੁੱਤ ਦੇ ਹੇਠਾਂ ਪ੍ਰਦਰਸ਼ਨ ਹੋਏ ਹੈਗੇ ਆ, ਉਸ ਤੋਂ ਬਾਅਦ ਜਿਹੜੀ
ਜਿਹੜੀ ਬਹੁਜਨ ਸਮਾਜ ਪਾਰਟੀ ਹੈਗੀ ਆ ਉਹਨਾਂ ਨੇ ਵੀ ਜਾ ਕੇ ਨਾਅਰੇਬਾਜ਼ੀ ਕੀਤੀ ਹੈਗੀ ਆ। ਸੋ ਅਚਾਨਕ ਹੀ ਜਿਹੜੀ ਚੀਜ਼ ਸਾਹਮਣੇ ਆ ਜਾਂਦੀ ਹੈ, ਅਚਾਨਕ ਹੀ ਸਾਨੂੰ ਜਿਹੜੀ ਚੀਜ਼ ਨੂੰ ਅਸੀਂ ਨਫ਼ਰਤ ਕਰਦੇ ਆ ਉਹਦੇ ਪ੍ਰਤੀ ਪਿਆਰ ਜਿਹੜਾ ਜਾਗ ਪੈਂਦਾ ਹੈਗਾ ਆ। ਸਿਆਸਤ ਦੇ ਵਿੱਚ ਅਸੀਂ ਬਹੁਤ ਵਾਰ ਦੇਖਿਆ ਤੇ ਇਹ ਐਗਜ਼ਾਮਪਲ ਸਾਨੂੰ ਲੁਧਿਆਣਾ 'ਚ ਦੇਖਣ ਨੂੰ ਮਿਲੀ ਹੈ। ਇਹ ਪੂਰੀ ਖਬਰ ਕੀ ਹੈ? ਜਦੋਂ ਅਰਸ਼ ਜੀ ਆਪਾਂ ਬੀਜੇਪੀ ਦੀ ਗੱਲ ਕਰਦੇ ਆ, ਜਿਵੇਂ ਤੁਸੀਂ ਚਰਚਾ ਕੀਤਾ ਕਿ ਬੀਜੇਪੀ ਨੂੰ ਦਲਿਤਾਂ ਦੇ ਨਾਲ ਬਹੁਤ ਹੇਜ ਜਾਗਿਆ। ਬੀਜੇਪੀ ਦਾ ਜਦੋਂ ਰਿਕਾਰਡ ਕੱਢ ਕੇ ਦੇਖਦੇ ਆ ਤਾਂ ਥੋੜੇ ਰਿਕਾਰਡ, ਥੋੜੀ ਜ਼ਿੰਦਗੀ ਦੇ ਬੈਕਗ੍ਰਾਉਂਡ, ਥੋੜਾ ਅਤੀਤ, ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰ ਦਿੰਦਾ ਹੁੰਦਾ, ਤੁਹਾਡੀ ਸ਼ਖਸੀਅਤ ਨੂੰ ਦਰਸਾ ਦਿੰਦਾ। ਬਿਲਕੁਲ ਦਰਸਾ ਦਿੰਦਾ, ਜਿਵੇਂ ਸਹੀ ਲਫ਼ਜ਼ ਤੁਸੀਂ ਵਰਤਿਆ। ਬੀਜੇਪੀ ਦਾ ਜੇ ਆਪਾਂ ਇਤਿਹਾਸ ਚੱਕ ਕੇ ਦੇਖਦੇ ਆ ਤਾਂ ਪੁਰਾਣਾ ਇਤਿਹਾਸ ਜਿਹ 'ਚ ਮਨੂਵਾਦੀ ਸੋਚ ਭਾਰੂ ਹੈ, ਉਹ ਤਾਂ ਦਲਿਤਾਂ ਨੂੰ ਕਿਤੇ ਵੀ ਥਾਂ ਨਹੀਂ ਦਿੰਦੀ, ਉਹਨਾਂ ਨੂੰ ਆਪਣੇ ਪੈਰਾਂ 'ਚ ਥਾਂ ਦਿੰਦੀ। ਔਰ ਉਸ ਤੋਂ ਬਾਅਦ ਚੋਂ ਜਿੱਥੇ ਜਿੱਥੇ ਬੀਜੇਪੀ ਦੇ ਸ਼ਾਸਤ ਪ੍ਰਦੇਸ਼ ਨੇ ਉੱਥੇ ਕੀ ਕੁਛ ਹੁੰਦਾ ਰਿਹਾ ਦਲਿਤਾਂ ਦੇ ਨਾਲ। ਨਿੱਤ ਨਵੀਂ ਆਪਾਂ ਵੀਡੀਓ ਦੇਖਦੇ ਹਾਂ ਕਿਵੇਂ ਉਹਨਾਂ ਨੂੰ ਕੁੱਟਮਾਰ ਹੁੰਦੀ ਹੈ, ਕੀ ਉਹਨਾਂ ਨਾਲ ਹੁੰਦਾ ਰਿਹਾ, ਸਾਰੇ ਆਪਾਂ ਜਾਣਦੇ ਹਾਂ। ਆ ਜਦੋਂ ਕਿਸਾਨਾਂ ਦਾ ਇੱਥੇ ਧਰਨੇ ਚੱਲੇ ਆ, ਜਦੋਂ ਕਿਸਾਨ ਉੱਥੇ ਬੈਠੇ ਤੇ ਬੀਜੇਪੀ ਦਾ ਬਸ ਕੋਈ ਨਹੀਂ ਚੱਲ ਰਿਹਾ, ਬੀਜੇਪੀ ਦੇ ਲੀਡਰਾਂ ਨੂੰ ਦਰਵਾਜ਼ਿਆਂ ਪਿਛਲਿਆਂ ਰਾਹੀਂ ਕੰਧਾਂ ਟੱਪ ਬਾਹਰ ਨਿਕਲਣਾ ਪੈਂਦਾ। ਉਸ ਵੇਲੇ ਬੀਜੇਪੀ ਕੋਲ ਹੱਲ ਕੋਈ ਨਹੀਂ, ਇੱਕੋ ਇੱਕ ਹੱਲ ਸੀ, ਪਹਿਲਾਂ ਬਾਦਲ ਪਰਿਵਾਰ। ਉਹ ਤੋਂ ਵਿਚਾਰੇ ਤੋਂ ਕਾਫੀ ਸਾਰੀਆਂ ਕਵਿਤਾਵਾਂ ਪੜ੍ਹਾਈਆਂ ਗਈਆਂ, ਫਿਰ ਉਹ ਵੀ ਲੋਟ ਨਹੀਂ ਆਈਆਂ, ਉਹ ਵੀ ਪਿੱਛੇ ਹਟ ਗਏ। ਹੁਣ ਬੀਜੇਪੀ ਨੂੰ ਲੱਗਦਾ ਸੀ ਕਿ ਨਰਿੰਦਰ ਮੋਦੀ ਦਾ ਕ੍ਰਿਸ਼ਮਈ ਜਿਹੜਾ ਚਿਹਰਾ ਹੈ ਉਹਨੇ ਤਾਂ ਪੰਜਾਬੀਆਂ ਨੂੰ ਜਾਂ ਕਿਸਾਨਾਂ ਨੂੰ ਪ੍ਰਭਾਵਿਤ ਕਰ ਲੈਣਾ, ਪਰ ਉਹ ਪੰਜਾਬੀਆਂ ਦਾ ਇਤਿਹਾਸ ਭੁੱਲ ਗਏ। ਪੰਜਾਬੀ ਕੰਧ ਵਾਂਗੂ ਅੱਗੇ ਖੜ ਗਏ। ਹੁਣ ਬੀਜੇਪੀ ਕੋਲ ਇੱਕ ਪਾਵਰ ਜਿਹੜੀ 300 ਸੀਟਾਂ ਵਾਲੀ ਹੈ, ਉਹਨਾਂ ਨੂੰ ਲੱਗਦਾ ਕਿ ਅਸੀਂ ਸਾਰਿਆਂ ਨੂੰ ਕੁਚਲ ਸਕਦੇ ਹਾਂ, ਅਸੀਂ ਮਸਲ ਸਕਦੇ ਹਾਂ। ਉਸ ਮਾਮਲੇ ਦੇ ਵਿੱਚ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਉਹਨੂੰ ਉੱਪਰੋਂ ਕਥਿਤ ਇਸ਼ਾਰੇ ਆਉਂਦੇ ਆ ਕਿ ਕਰੋ ਕੁਛ ਨਾ ਕੁਛ। ਉਹ ਇਹ ਵੀ ਚਾਹੁੰਦੇ ਆ, ਜਿਹੜਾ ਪਿਛਲੇ ਦਿਨਾਂ 'ਚ ਮੈਂ ਤੁਹਾਡੇ ਨਾਲ ਚਰਚਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਥਿਤ ਰੂਪ ਵਿੱਚ ਰਾਸ਼ਟਰਪਤੀ ਰਾਜ ਵੱਲ ਦੀਆਂ ਆਪਾਂ ਚਰਚਾ ਮੈਂ ਕੀਤੀਆਂ ਸੀ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬੀਜੇਪੀ ਦਾ ਇਸ ਵੇਲੇ ਦਾ ਜਿਹੜਾ ਨਜ਼ਰੀਆ ਨਜ਼ਰ ਆਉਂਦਾ, ਉਹ ਲੱਗਦਾ ਕਿ ਪੰਜਾਬ 'ਚ ਕਿਤੇ ਨਾ ਕਿਤੇ ਹਿਲਜੁਲ ਹੋਵੇ, ਪੰਜਾਬ 'ਚ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਜਿਹਦੇ ਨਾਲ ਉਹਨਾਂ ਨੂੰ ਇੱਕ ਮੌਕਾ ਲੱਗ ਜੇ ਕਿ ਪੰਜਾਬ 'ਚ ਹਾਲਾਤ ਠੀਕ ਨਹੀਂ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਫੇਲ ਹੋ ਗਈ, ਲਾਅ ਐਂਡ ਆਰਡਰ ਦਾ ਤਾਂ ਉੱਥੇ ਕੰਮ ਨਹੀਂ ਚੱਲ ਰਿਹਾ। ਇਸ ਕਰਕੇ ਬੀਜੇਪੀ ਦੇ ਲੀਡਰ ਜਿਹੜੇ ਪਿਛਲੇ 15-20 ਸਾਲਾਂ ਤੋਂ ਤਾਂ ਪੰਜਾਬ 'ਚ ਸੁੱਤੇ ਪਏ ਸੀ, ਜਦੋਂ ਗਰੀਬਾਂ ਤੇ, ਜਦੋਂ ਮਜ਼ਲੂਮਾਂ ਤੇ ਉੱਥੇ ਇੰਨਾ ਜ਼ਿਆਦਾ ਤਸ਼ੱਦਦ ਬੀਜੇਪੀ ਸਰਕਾਰ 'ਚ ਜਾਂ ਅਕਾਲੀ ਦਲ 'ਚ ਹੁੰਦਾ ਰਿਹਾ, ਉੱਥੇ ਉਹਨਾਂ ਦੇ ਸ਼ਰਾਬ ਦੇ ਠੇਕੇਦਾਰ ਉਹਨਾਂ ਦੇ ਹੱਥ ਪੈਰ ਵੱਢ ਦਿੰਦੇ ਰਹੇ ਆ, ਉਦੋਂ ਕੋਈ ਬੀਜੇਪੀ ਦੇ ਲੀਡਰ ਉੱਥੇ ਜਾ ਕੇ ਕਿਉਂ ਨਹੀਂ ਖੜਿਆ? ਬਿਲਕੁਲ, ਉਦੋਂ ਕਿਸੇ ਨੇ ਕਿਉਂ ਨਹੀਂ ਉਹਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ? ਹੁਣ ਉਹ ਇੱਕ ਘਟਨਾ ਜਲਾਲਾਬਾਦ ਦੀ ਜਿਹੜੀ ਆਈ, ਜਾਂ ਫਿਰ ਜਿਹੜੇ ਸਾਧੂ ਸਿੰਘ ਧਰਮਸੋਤ ਦਾ ਵਜ਼ੀਫਿਆਂ ਦੇ ਮਾਮਲੇ 'ਚ ਇੱਕ ਘਪਲੇ ਦੀ ਜਿਹੜੀ ਘਟਨਾ ਸਾਹਮਣੇ ਆਈ, ਤਾਂ ਬੀਜੇਪੀ ਨੂੰ ਬੜਾ ਫਿਕਰ ਪੈ ਗਿਆ। ਇਸ ਕਰਕੇ ਉਹਨਾਂ ਦੇ ਸਾਰੇ ਨੇਤਾ, ਚਾਹੇ ਅਸ਼ਵਨੀ ਕੁਮਾਰ ਹੈ, ਚਾਹੇ ਵਿਜੇ ਸੰਪਲ ਹੈ, ਚਾਹੇ ਫਿਰ ਜਿੰਨੇ ਵੀ ਹੋਰ ਤੁਰੇ ਫਿਰਦੇ ਆ, ਚਾਹੇ ਮਨੋਰੰਜਨ ਕਾਲੀਆ, ਜਿੰਨੇ ਵੀ ਹੋਣ, ਇਹ ਸਾਰੇ ਦੇ ਸਾਰੇ ਕੁਝ ਬੰਦਿਆਂ ਨੂੰ ਲੈ ਕੇ ਇਹ ਪ੍ਰਦਰਸ਼ਨ ਕਰਨ ਦੇ ਰੂਪ 'ਚ ਨਿਕਲੇ। ਹੁਣ ਉਹ ਜਿਹੜਾ ਦਲਿਤ ਕਾਰਡ ਦਾ ਜਿਹੜਾ ਹੈ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਦੀ ਕੋਸ਼ਿਸ਼ ਸੀ ਵੀ ਜਦੋਂ ਨਿਕਲਣਗੇ ਕਿਸਾਨ ਉੱਥੇ ਬੈਠੇ ਆ, ਉਹਨਾਂ ਨਾਲ ਟਕਰਾਅ ਹੋਊਗਾ, ਉਸ ਟਕਰਾਅ ਦੇ ਵਿੱਚ ਕਿਸਾਨਾਂ ਤੇ ਇਸ ਗੱਲ ਦਾ ਲਾਤਾ ਜਾਊਗਾ ਕਿ ਇਹ ਕਿਸਾਨ ਨਹੀਂ ਬੈਠੇ ਜੀ, ਇਹ ਤਾਂ ਵਿਰੋਧੀ ਅਨਸਰ ਬੈਠੇ ਆ, ਇਹ ਤਾਂ ਕਾਂਗਰਸੀ ਬੈਠੇ ਆ, ਇਹ ਤਾਂ ਫਲਾਣੇ ਬੈਠੇ ਆ, ਇਸ ਕਰਕੇ ਇਹਨਾਂ ਦਾ ਧਰਨੇ ਤੋਂ ਝੁਕਾ ਦਿੱਤੇ ਜਾਣਾ। ਉਹ ਸਾਰੀਆਂ ਖੇਡਾਂ ਇਸ ਵੇਲੇ ਚੱਲ ਰਹੀਆਂ ਨੇ। ਪਰ ਅਰਸ਼ੀ, ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਇਸ ਵਾਰੀ ਬੜੀ ਸਿਆਣਪ ਨਾਲ ਚੱਲ ਰਹੀਆਂ ਨੇ। ਉਹਨਾਂ ਨੂੰ ਪਤਾ ਹੈ ਕਿ ਸਾਡੇ ਸੰਘਰਸ਼ ਨੂੰ ਸਾਬੋਤਾਜ ਕਰਨ ਵਾਸਤੇ ਬੜੀਆਂ ਖੇਡਾਂ ਖੇਡੀਆਂ ਜਾਣਗੀਆਂ। ਇਸ ਕਰਕੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਸਾਨੂੰ ਸਭ ਪਤਾ ਹੈ ਕਿ ਜਿਹੜਾ ਕੁਝ ਤੁਸੀਂ ਕਰ ਰਹੇ ਹੋ, ਅਸੀਂ ਸੁਚੇਤ ਹਾਂ, ਅਸੀਂ ਸਬਰ ਦਾ ਪਿਆਲਾ ਭਰੀ ਬੈਠੇ ਹਾਂ, ਇਸ ਕਰਕੇ ਤੁਸੀਂ ਇੰਨੀਆਂ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ। ਇਸੇ ਕਰਕੇ ਕੱਲ ਲੁਧਿਆਣੇ ਦੇ ਵਿੱਚ ਜਦੋਂ ਬੀਜੇਪੀ ਵਾਲੇ ਡਾਕਟਰ ਅੰਬੇਦਕਰ ਦੇ ਬੁੱਤ ਦੇ ਕੋਲ ਗਏ, ਤਾਂ ਉਧਰੋਂ ਅਸਲ 'ਚ ਬਹੁਜਨ ਸਮਾਜਵਾਦੀ ਪਾਰਟੀ ਜਿਹੜੇ ਪਛੜਿਆ ਵਰਗ ਹੈ ਉਹਨਾਂ ਦਾ ਆ ਕੇ ਉਹਨਾਂ ਨੇ ਸਕਲਪਿੰਗ ਹੋਈ, ਉਹਨਾਂ ਨੇ ਝੜਪ ਹੋਈ ਵੀ ਤੁਹਾਨੂੰ ਕਿੱਥੋਂ ਦਾ ਇਹ ਜਾਗ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁੱਲ ਮਿਲਾ ਕੇ ਇਹ ਸਾਰੇ ਸਿਆਸਤ ਦੀ ਖੇਡ ਹੈ। ਕਿਸੇ ਨੂੰ ਜਿਹੜੇ ਰਿਕਾਰਡ ਆਪਾਂ ਚੱਕ ਕੇ ਦੇਖਦੇ ਹਾਂ ਤੇ ਬੀਜੇਪੀ ਨੂੰ ਕਦੇ ਬਹੁਤਾ ਦਲਿਤਾਂ ਦਾ ਹੇਜ ਨਹੀਂ ਆਇਆ, ਪਰ ਪੰਜਾਬ ਦੇ ਸੰਘਰਸ਼ ਨੂੰ ਸਾਬਤ ਕਰਨ ਵਾਸਤੇ ਇਹ ਸਭ ਖੇਡਾਂ ਖੇਡੀਆਂ। ਜੀ ਬਿਲਕੁਲ, ਸਿਆਸਤ ਹੈ, ਕੁਝ ਵੀ ਹੋ ਸਕਦਾ ਹੈਗਾ ਆ। ਸਿਆਸਤ ਦੇ ਵਿੱਚ ਇਲੈਕਸ਼ਨ ਜਿਹੜੀ ਸਭ ਤੋਂ ਵੱਡੀ ਮੱਦੇ ਨਜ਼ਰ ਰੱਖ ਕੇ ਅਸੀਂ ਕਰਦੇ ਹਾਂ ਕਿ ਇਲੈਕਸ਼ਨ ਦੇ ਵਿੱਚ ਜਿਹਨੂੰ ਕੁਰਸੀ ਮਿਲ ਗਈ ਤਾਂ ਫਿਰ ਬਸ ਸਿਆਸਤ ਉੱਥੋਂ ਸ਼ੁਰੂ ਹੋ ਜਾਂਦੀ ਹੈ। ਚੋਣਾਂ ਬਿਹਾਰ 'ਚ ਹੋ ਰਹੀਆਂ ਨੇ, ਉਹਦੇ ਬਾਰੇ ਗੱਲ ਕਰਾਂਗੇ, ਪਰ ਬ੍ਰੇਕ ਲਾ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਸਟੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ।
ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਟ੍ਰੇਟ ਟਾਕ ਸਿੱਧੀ ਗੱਲ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਵੱਖ-ਵੱਖ ਖਬਰਾਂ ਦੇ ਬਾਰੇ ਤੇ ਮੇਰੇ ਨਾਲ ਪਹੁੰਚੇ ਹੋਏ ਨੇ ਸਟੂਡੀਓ ਦੇ ਵਿੱਚ ਮਿਸਟਰ ਧਾਲੀਵਾਲ। ਸੋ ਮਿਸਟਰ ਧਾਲੀਵਾਲ, ਜਿੱਦਾਂ ਅਸੀਂ ਗੱਲ ਕਰ ਰਹੇ ਸੀ ਕਿ ਇਲੈਕਸ਼ਨ ਹਰ ਪਾਸੇ ਜਿਹੜਾ ਜੋੜ ਫੜ ਰਿਹਾ ਹੈਗਾ ਆ, ਹੁਣ ਬਿਹਾਰ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਇਲੈਕਸ਼ਨ ਹੋ ਰਹੀਆਂ ਨੇ ਕਿ ਜਦੋਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਮੁਖੀ ਸੀਗੇ ਉਹ ਦਿੱਲੀ ਪਹੁੰਚੇ ਗੱਲਬਾਤ ਕਰਨ ਦੇ ਲਈ, ਉਹਨਾਂ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਅਸੀਂ ਇਹ ਜਾ ਕੇ ਉਹਨਾਂ ਦੀ ਗੱਲ ਸੁਣ ਲਈਏ। ਇੰਨੇ ਰੁੱਝੇ ਹੋਏ ਸੀ ਬਿਹਾਰ ਦੀਆਂ ਚੋਣਾਂ ਦੇ ਵਿੱਚ, ਤੇ ਚੋਣਾਂ 'ਚ ਹੁਣ ਹੋ ਕੀ ਰਿਹਾ ਅਸਲ ਦੇ ਵਿੱਚ? ਮੈਂ ਸੁਣਿਆ ਕਹਿੰਦੇ ਕਿ ਕਰੋਨਾ ਦਾ ਟੀਕਾ ਮੁਫਤ ਦਿੱਤਾ ਜਾਊਗਾ, ਪਰ ਵਿਰੋਧੀਆਂ ਦੇ ਵੱਲੋਂ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਨੇ। ਕੀ ਹੋ ਰਿਹਾ ਅੱਜ ਕੱਲ? ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਡਾ ਜਿਹੜਾ ਸਿਆਸਤ ਦਾ ਜਿਹੜਾ ਪੱਤਾ ਹੁੰਦਾ ਹੈ ਉਹ ਮੌਕੇ ਤੇ ਲੋਕਾਂ ਨੂੰ ਰੁਝਾਉਣ ਦਾ ਹੁੰਦਾ। ਔਰ ਭਾਰਤ ਦੇ ਵਿੱਚ ਜਿਹੜੀ ਸਿਆਸਤ ਹੁੰਦੀ ਹੈ ਉਹ ਸਿਆਸਤ ਤਾਂ ਵੈਸੇ ਹੀ ਖਤਰਨਾਕ ਹੈ। ਧਰਮ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ ਤੁਸੀਂ ਸਮੇਂ-ਸਮੇਂ ਦੇਖਦੇ ਹੋ ਜਦੋਂ ਐਡੀ ਵੱਡੀ ਆਬਾਦੀ ਵਾਲੇ ਮੁਲਕ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਚੋਣਾਂ ਤੋਂ ਪਹਿਲਾਂ ਕਿਤੇ ਦੰਗੇ ਹੋਣ ਲੱਗ ਜਾਂਦੇ, ਕਿਤੇ ਫਲਾਣਾ ਕੁਝ ਹੋਣ ਲੱਗ ਜਾਂਦਾ। ਹੁਣ ਬਿਹਾਰ ਦੀਆਂ ਚੋਣਾਂ ਨੇ, ਬਿਹਾਰ ਦੀਆਂ ਚੋਣਾਂ ਇੰਪੋਰਟੈਂਟ ਇਸ ਕਰਕੇ ਨੇ ਕਿਉਂਕਿ ਪਿਛਲੇ 15 ਸਾਲਾਂ ਤੋਂ ਉੱਥੇ ਇੱਕ ਕੋਈ ਸ਼ਾਸਨ ਜਾਂ ਸ਼ਾਸਕ ਦੇ ਨਾਂ ਤੇ ਨਤੀਸ਼ ਕੁਮਾਰ ਜੀ ਉੱਥੇ ਰਾਜ ਕਰ ਰਹੇ ਨੇ। ਉਹ ਚਾਹੇ ਸਿੱਧੇ ਕਰਦੇ ਨੇ, ਢੰਗ ਨਾਲ ਕਰਦੇ ਨੇ, ਚਾਹੇ ਟੇਢੇ ਢੰਗ ਦੇ ਨਾਲ ਕਰਦੇ ਨੇ। ਪਹਿਲਾਂ ਬੀਜੇਪੀ ਦੇ ਨਾਲ ਉਹ ਰਾਜ ਕਰਦੇ ਰਹੇ। ਬੀਜੇਪੀ ਨੂੰ ਛੱਡ ਕੇ 2015 ਦੇ ਵਿੱਚ ਉਹਨਾਂ ਨੇ ਲਾਲਟਨ ਦਾ ਸਹਾਰਾ ਲੈ ਲਿਆ, ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਦੇ ਨਾਲ ਲੜੇ। ਫਿਰ ਹਾਲਾਤ ਇਦਾਂ ਦੇ ਆ ਗਏ, ਬੀਜੇਪੀ ਕੇਂਦਰ ਦੇ ਵਿੱਚ ਦੁਬਾਰਾ ਪਾਵਰ 'ਚ ਆ ਗਈ ਤਾਂ ਲਾਲੂ ਪ੍ਰਸਾਦ ਯਾਦਵ ਨੂੰ ਛੱਡ ਕੇ ਨਿਤਿਸ਼ ਕੁਮਾਰ ਫਿਰ ਟਪਲੀ ਮਾਰ ਕੇ ਬੀਜੇਪੀ ਦੇ ਕੋਲ ਆ ਕੇ ਖੜ ਗਏ। ਹੁਣ ਇਸ ਵੇਲੇ ਉੱਥੇ ਉਹ ਸ਼ਾਸਕ ਧਿਰ ਹੈ। ਹੁਣ ਚੋਣਾਂ ਆ ਗਈਆਂ, ਚੋਣਾਂ ਦੇ ਵਿੱਚ ਇਸ ਵੇਲੇ ਜਿਹੜਾ ਹਾਲਾਤ ਲੱਗ ਰਹੇ ਆ, ਆਪੋ ਆਪਣੇ ਜਿਹੜੇ ਚੋਣ ਮਨੋਰਥ ਪੱਤਰ ਜਿਹਨੂੰ ਕਹਿੰਦੇ ਆ, ਰਾਜਨੀਤਿਕ ਪਾਰਟੀਆਂ ਨੇ ਆਪੋ ਆਪਣੇ ਜਾਰੀ ਕਰ ਦਿੱਤੇ ਆ। ਹੈਰਾਨੀ ਦੀ ਗੱਲ ਇਹ ਅਰਸ਼ ਜੀ ਕਿ ਬੀਜੇਪੀ ਨੇ ਜਿਹੜਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਬੀਜੇਪੀ ਨੂੰ ਤੁਸੀਂ ਵੋਟਾਂ ਪਾਓਗੇ ਤਾਂ ਬਿਹਾਰ ਵਾਲਿਆਂ ਨੂੰ ਅਸੀਂ ਕਰੋਨਾ ਦਾ ਟੀਕਾ ਮੁਫਤ ਦੇਵਾਂਗੇ। ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿੱਥੇ ਚੋਣ ਹੋਊਗੀ ਉਹਨਾਂ ਨੂੰ ਇਹ ਕਰੋਨਾ ਦਾ ਟੀਕਾ ਮੁਫਤ ਮਿਲੂਗਾ, ਬਾਕੀ ਜਾਣ ਢੱਠੇ ਕੂਚ, ਜਿੱਥੇ ਮਰਜ਼ੀ ਮਰੇ। ਐਡੀ ਵੱਡੀ ਆਬਾਦੀ ਹੈ ਜਿਹੜੀ। ਹੁਣ ਉਸ ਗੱਲ ਤੇ ਬੀਜੇਪੀ ਦੇ ਖਿਲਾਫ ਵਿਰੋਧੀ ਧਿਰਾਂ ਨੇ ਝੰਡਾ ਚੱਕ ਲਿਆ। ਹੁਣ ਮੈਂ ਥੋੜਾ ਜਿਹਾ ਇਹ ਸਾਰੀ ਚੀਜ਼ ਨੂੰ ਵਿਖਿਆਨ ਕਰਨ ਤੋਂ ਪਹਿਲਾਂ ਤੁਹਾਨੂੰ ਵੀ ਜਿਹੜਾ ਬਿਹਾਰ ਦਾ ਰਾਜਨੀਤਿਕ ਜਿਹੜਾ ਧਰਾਤਲ ਹੈ, ਜਿਹੜੀ ਜਿਓਗ੍ਰਾਫੀ ਹੈ, ਉਹ ਥੋੜੀ ਜਿਹੀ ਦੱਸਦੇ ਹਾਂ। ਬਿਹਾਰ ਇਸ ਵੇਲੇ ਇੰਪੋਰਟੈਂਟ ਹੈ। 243 ਸੀਟਾਂ ਨੇ। 243 ਸੀਟਾਂ ਦੇ ਵਿੱਚ 3 ਪੜਾਵਾਂ ਦੇ ਵਿੱਚ ਉੱਥੇ ਚੋਣ ਹੋਣੀ ਹੈ। ਪਹਿਲੀ 91 ਸੀਟਾਂ ਤੇ ਜਿਹੜੀ ਚੋਣ ਹੋਣੀ ਹੈ ਉਹ 28 ਅਕਤੂਬਰ ਨੂੰ ਹੈ। ਫਿਰ 78 ਸੀਟਾਂ ਤੇ ਹੋਣੀ ਹੈ ਜਾ ਕੇ ਦੂਸਰੀ, ਰੱਬ ਤੁਹਾਡਾ ਭਲਾ ਕਰੇ, 4 ਅਕਤੂਬਰ ਨੂੰ ਹੈ। ਫਿਰ ਇੱਕ 7 ਅਕਤੂਬਰ ਨੂੰ ਹੈ 78 ਸੀਟਾਂ ਦੀ ਹੈ ਜਾਂ 91 ਸੀਟਾਂ ਦੀ। ਉਸ ਤੋਂ ਬਾਅਦ 'ਚੋਂ 10 ਨਵੰਬਰ ਨੂੰ ਇਹਦੇ ਨਤੀਜੇ ਆਉਣੇ ਆ। ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਰਾਜਨੀਤਿਕ ਪਾਰਟੀਆਂ ਉਸ ਧਰਾਤਲ ਤੇ ਆਪੋ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਦੇਸ਼ ਦਾ ਪ੍ਰਧਾਨ ਮੰਤਰੀ ਵੀ ਜਾ ਕੇ ਉਹ ਪੱਤੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਉਹ ਕੇਂਦਰ ਦੀ ਜਿਹੜੀ ਫੈਡਰਲ ਚੋਣਾਂ ਦੇ ਵਿੱਚ ਖੇਡਦਾ ਹੁੰਦਾ ਸੀ। ਬਿਹਾਰੀਆਂ ਨੂੰ ਇਸ ਗੱਲ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜੇ 15 ਸਾਲ ਪਹਿਲਾਂ ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਪਾਰਟੀ ਹੁੰਦੀ ਸੀ ਉਹਨੇ ਕੀ ਕੀਤਾ, ਜਦ ਕਿ ਉੱਥੇ ਦਾ ਨੌਜਵਾਨ ਵਰਗ ਜਿਹੜਾ ਲਗਾਤਾਰ ਬਿਹਾਰੀ ਪੜ ਰਿਹਾ ਹੈ ਔਰ ਬੇਰੋਜ਼ਗਾਰ ਹੋਇਆ ਪਿਆ, ਬਾਕੀ ਸਟੇਟਾਂ ਜਾ ਕੇ ਮਜ਼ਦੂਰੀ ਕਰਨ ਵਾਸਤੇ ਮਜਬੂਰ ਹੋਇਆ ਪਿਆ, ਉਹ ਪੁੱਛ ਰਿਹਾ ਕਿ ਸਾਡਾ ਭਵਿੱਖ ਕੀ ਹੈ, ਸਾਨੂੰ ਮੌਜੂਦਾ ਸਮੇਂ 'ਚ ਕੀ ਹੋਊਗਾ। ਹੁਣ ਉੱਥੇ ਨਿਤਿਸ਼ ਕੁਮਾਰ ਇੱਕ ਤਾਂ ਗਰੁੱਪ ਹੈ, ਨਿਤਿਸ਼ ਕੁਮਾਰ ਉਹਨਾਂ ਦੇ ਗਰੁੱਪ ਦੇ ਵਿੱਚ, ਦੂਸਰੀ ਬੀਜੇਪੀ ਹੈ, ਤੀਸਰੀ ਹੈਗੀ ਹੈ ਲੋਕ ਜਨ ਸ਼ਕਤੀ ਪਾਰਟੀ, ਜਿਹੜੀ ਰਾਮ ਵਿਲਾਸ ਪਾਸਵਾਨ ਦਾ ਮੁੰਡਾ ਸੀ, ਚਿਰਾਗ ਪਾਸਵਾਨ। ਉਹ ਹੁਣ ਬੀਜੇਪੀ ਉੱਥੇ 2.5 ਚਾਲ ਵੀ ਚੱਲ ਰਹੀ ਹੈ। ਇੱਕ ਪਾਸੇ ਤਾਂ ਨਿਤਿਸ਼ ਕੁਮਾਰ ਦੇ ਨਾਲ ਖੜੀ ਨਜ਼ਰ ਆਉਂਦੀ ਹੈ, ਪਰ ਨਾਲ ਨਾਲ ਚਿਰਾਗ ਪਾਸਵਾਨ ਨੂੰ ਵੀ ਕਿਤੇ ਹਵਾ ਦਿੱਤੀ ਜਾ ਰਹੀ ਹੈ। ਚਿਰਾਗ ਪਾਸਵਾਨ ਜਿੱਥੇ ਨਿਤਿਸ਼ ਕੁਮਾਰ ਚੋਣਾਂ ਲੜ ਰਿਹਾ ਹੈ, ਚਿਰਾਗ ਪਾਸਵਾਨ ਉੱਥੇ ਆਪਣੇ ਉਮੀਦਵਾਰ ਖੜੇ ਕਰ ਰਿਹਾ ਹੈ। ਇੱਥੋਂ ਲੱਗਦਾ ਹੈ ਕਿ ਬੀਜੇਪੀ ਸਕੀ ਕਿਸੇ ਦੀ ਨਹੀਂ। ਉਹ ਜਿਹੜੀਆਂ ਕੇਂਦਰੀ ਜਾਂ ਸ਼ਾਸਕੀ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਪਤਾ ਨਹੀਂ ਸੀ ਨਿਤਿਸ਼ ਕੁਮਾਰ ਨੂੰ ਵੀ ਹੈ। ਦੂਜੇ ਪਾਸੇ ਜਿਹੜੀ ਆਰਜੇਡੀ ਹੈ, ਰਾਸ਼ਟਰੀ ਜਨਤਾ ਦਲ, ਲਾਲੂ ਪ੍ਰਸਾਦ ਯਾਦਵ ਦੀ ਸੀ। ਲਾਲੂ ਹੋਣੀ ਤਾਂ ਜੇਲ੍ਹ 'ਚ ਨੇ, ਭਾਵੇਂ ਜ਼ਮਾਨਤਾਂ ਹੋ ਗਈਆਂ। ਪਤਾ ਲੱਗਿਆ ਕਿ 9 ਤਰੀਕ ਨੂੰ ਉਹਨਾਂ ਨੂੰ ਜ਼ਮਾਨਤ ਮਿਲਣੀ ਹੈ, 10 ਤਰੀਕ ਨੂੰ ਨਤੀਜੇ ਆਉਣੇ ਆ। ਪਰ ਉਹਨਾਂ ਦਾ ਮੁੰਡਾ ਜਿਹੜਾ ਲਾਲੂ ਦਾ ਮੁੰਡਾ, ਉਹ ਇਸ ਵੇਲੇ ਬੜਾ ਐਕਟਿਵ ਹੋਇਆ। ਵੱਡੀ ਤਾਦਾਦ ਦੇ ਵਿੱਚ ਉਸ ਦੀਆਂ ਰੈਲੀਆਂ 'ਚ ਲੋਕ ਆ ਰਹੇ ਨੇ, ਕਿਉਂਕਿ ਲੋਕਾਂ ਨੇ ਪਿਛਲੇ ਸਮੇਂ 'ਚ ਕਸ਼ਟ ਬੜਾ ਚੱਲਿਆ।
ਖਾਸ ਤੌਰ ਤੇ ਤੁਹਾਨੂੰ ਯਾਦ ਹੋਣਾ ਅਰਸ਼ ਜੀ ਆਪਾਂ ਡਿਸਕਸ ਕਰਦੇ ਹੁੰਦੇ ਸੀ ਵੱਖ-ਵੱਖ ਮੀਡੀਆ ਦੇ ਵਿੱਚ ਤਸਵੀਰਾਂ ਹੁੰਦੀਆਂ ਰਹੀਆਂ ਕਿ ਜਦੋਂ ਕਰੋਨਾ ਦਾ ਕਹਿਰ ਹੋਇਆ ਤਾਂ ਉਹੀ ਬਿਹਾਰੀ ਜਿਹੜੇ ਆਪਣਾ ਸੂਬਾ ਛੱਡ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਮਜ਼ਦੂਰੀਆਂ ਕਰਦੇ ਸੀ, ਉਹਨਾਂ ਨੂੰ ਬਿਹਾਰ ਸਰਕਾਰ ਨੇ ਵਾਪਸ ਸੱਦਣ ਵਾਸਤੇ 0% ਐਫਰਟਸ ਲਾਏ। ਕੋਈ 500 ਕਿਲੋਮੀਟਰ ਤੁਰ ਕੇ ਆ ਰਿਹਾ, ਕੋਈ 600 ਕਿਲੋਮੀਟਰ ਤੁਰ ਕੇ ਆ ਰਿਹਾ। ਇੱਕ ਲੜਕੀ ਵਿਚਾਰੀ ਆਪਣੇ ਪਿਤਾ ਨੂੰ ਲੈ ਕੇ 1300 ਕਿਲੋਮੀਟਰ ਸਾਈਕਲ ਚਲਾ ਕੇ ਆ ਰਹੀ ਹੈ। ਕੋਈ ਰੇਲ ਗੱਡੀਆਂ ਤੇ ਰੇਲਾਂ ਉੱਪਰ ਦੀ ਨਿਕਲ ਗਈਆਂ ਉਹਨਾਂ ਦੀਆਂ, ਕੋਈ ਐਕਸੀਡੈਂਟ 'ਚ ਮਰ ਗਏ। ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਬਿਹਾਰੀਆਂ ਦੇ ਦਿਮਾਗ 'ਚ ਹੈਗੀਆਂ ਨੇ ਗੱਲਾਂ। ਉਹ ਲੋਕ ਜਾਣਨਾ ਚਾਹੁੰਦੇ ਆ। ਬੀਜੇਪੀ ਦੇ ਨੇਤਾਵਾਂ ਦੀ ਇੱਕ ਵੀਡੀਓ ਸਾਹਮਣੇ ਆਈ ਜਿਹਦੇ 'ਚ ਬੀਜੇਪੀ ਦਾ ਨੇਤਾ ਜਦੋਂ ਉਹਨਾਂ ਤੋਂ ਵੋਟਾਂ ਮੰਗਣ ਆਇਆ ਤਾਂ ਬਿਹਾਰੀਆਂ ਨੇ ਇਕੱਠੇ ਹੋ ਕੇ ਤੇ ਗਲ ਪੈ ਗਏ ਕਿ ਜੋ ਤੁਸੀਂ ਸਾਡੇ ਨਾਲ ਕੀਤਾ ਹੈ, ਸਾਨੂੰ ਕੀ ਕਾਰਨ ਹੈ ਕਿ ਸਾਡੇ ਸੂਬੇ 'ਚ ਸਾਨੂੰ ਛੱਡ ਕੇ ਕਦੇ ਪੰਜਾਬ 'ਚ, ਕਦੇ ਹਰਿਆਣੇ 'ਚ, ਕਦੇ ਮੁੰਬਈ 'ਚ, ਕਦੇ ਹੋਰਨਾਂ ਸਟੇਟਾਂ 'ਚ ਜਾ ਕੇ ਸਾਨੂੰ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਨੇ। ਸੋ ਇਸ ਕਰਕੇ ਬੜਾ ਰੋਚਕ ਜਿਹਾ ਮਾਹੌਲ ਇਸ ਵੇਲੇ ਉੱਥੇ ਹੋਇਆ ਹੋਇਆ। ਪਰ ਬੀਜੇਪੀ ਕਹਿੰਦੀ ਹੈ ਕਿ ਅਸੀਂ ਕਰੋਨਾ ਦੇ ਸਿਰ ਤੇ ਹੋ ਸਕਦਾ ਸ਼ਾਇਦ ਇਹਨਾਂ ਤੋਂ ਇਲੈਕਸ਼ਨ ਜਿੱਤੀਏ, ਪਰ ਇਸ ਵੇਲੇ ਹਾਲਾਤ ਨੇ ਜਿਹੜੇ ਨਜ਼ਰ ਆਉਂਦੇ ਆ ਉਹ 'ਚ ਇਹ ਵੀ ਨਜ਼ਰ ਆਉਂਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਪਹਿਲਾਂ ਕਿਤੇ ਜਦੋਂ ਹਰ ਹਰ ਮੋਦੀ ਘਰ ਘਰ ਮੋਦੀ ਹੁੰਦਾ ਸੀ ਨਾ ਤਾਂ ਉਹਨਾਂ ਨੂੰ ਲਾਈਕਸ ਬਹੁਤ ਮਿਲਿਆ ਕਰਦੀਆਂ ਸੀ, ਪਰ ਜਦੋਂ ਹੁਣ ਉਹ ਮਨਮਾਨੀ ਜਾਂ ਮਨ ਕੀ ਬਾਤ ਦੋਵਾਂ 'ਚੋਂ ਇੱਕੋ ਗੱਲ ਕਹਿ ਲਈਏ, ਜਦੋਂ ਇਸ ਵੇਲੇ ਕਰਦੇ ਆ ਤਾਂ ਡਿਸਲਾਈਕ ਬਹੁਤ ਹੋ ਰਹੇ ਆ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹਾਲਾਤ ਇਦਾਂ ਦੇ ਹੋ ਗਏ ਕਿ ਜਦੋਂ ਕਿਸੇ YouTube ਤੇ, ਕਿਸੇ Facebook ਤੇ ਕਿਤੇ ਵੀ ਆਉਂਦਾ ਤਾਂ ਉਹਨਾਂ ਦੇ ਡਿਸਲਾਈਕ ਦੇ ਬਟਨ ਹੀ ਬੰਦ ਕਰ ਦਿੱਤੇ ਜਾਂਦੇ ਆ। ਦੇਸ਼ ਦੇ ਵਿੱਚ ਹਾਲਾਤ ਇਦਾਂ ਦੇ ਨੇ। ਸੋ ਬੜਾ ਰੋਚਕ ਹੋਣਾ ਆਉਂਦੇ ਸਮੇਂ ਦੇ ਵਿੱਚ ਬਿਹਾਰ ਦੀਆਂ ਚੋਣਾਂ ਦੇ ਵਿੱਚ ਕਿਹੜਾ ਅੱਗੇ ਆਉਂਦਾ, ਕਿਹੜਾ ਪਿੱਛੇ ਜਾਂਦਾ। ਔਰ ਇਸ ਦੇ ਨਾਲ ਇਹ ਵੀ ਹੈ ਕਿ ਕਰੋਨਾ ਵਾਇਰਸ ਜੇ ਬੀਜੇਪੀ ਜਿੱਤ ਗਈ ਜਾਂ ਮਿਲ ਜੂਗਾ ਤਾਂ ਨਹੀਂ ਲੋਕ ਸਮਝਣ ਕਿ ਕਿਸੇ ਨੂੰ ਕੁਝ ਨਹੀਂ ਮਿਲਣਾ। ਬਿਲਕੁਲ, ਉਹ ਵੀ ਪਤਾ ਨਹੀਂ ਬਿਹਾਰ ਵਾਲਿਆਂ ਨੂੰ ਮਿਲਣਾ ਵੀ ਹੈ ਕਿ ਨਹੀਂ, ਕਿਉਂਕਿ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਆ, ਨਿਭਾਏ ਤਾਂ ਮੈਨੂੰ ਲੱਗਦਾ 0% ਤੋਂ ਲੈ ਕੇ 10% ਮਸਾਂ ਹੀ ਹੈਗੇ ਆ। ਵੋਟਰ ਅੱਜ ਕੱਲ੍ਹ ਸਿਆਣੇ ਹੋ ਗਏ ਹੈਗੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਕਰ ਰਹੇ ਹੈਗੇ ਆ। ਪਰ ਬਹੁਤੇ ਜਿਹੜੇ ਹੈਗੇ ਆ, ਜਦੋਂ ਅਸੀਂ ਆਪਣੇ ਵੀ ਵੋਟਸ ਹੋ ਕੇ ਹਟੀਆਂ ਨੇ, ਅਸੀਂ ਵਾਰ-ਵਾਰ ਇਹ ਕਹਿੰਦੇ ਆ ਕਿ ਵੋਟ ਜ਼ਰੂਰ ਪਾ ਕੇ ਆਓ, ਕਿਉਂਕਿ ਅਸੀਂ ਫਿਰ ਬਾਅਦ ਵਿੱਚ ਕਹਿੰਦੇ ਆ ਕਿ ਸਰਕਾਰ ਕਿਹੋ ਜਿਹੀ ਆ ਗਈ। ਫਿਰ ਕਿਸੇ ਦੇ ਉੱਤੇ ਇਲਜ਼ਾਮ ਥੋਪਣ ਨਾਲੋਂ ਪਹਿਲਾਂ ਸਾਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ, ਕਿਉਂਕਿ ਸਰਕਾਰਾਂ ਨੇ ਸਾਡੇ ਲਈ ਕੰਮ ਕਰਨਾ ਹੁੰਦਾ। ਹੁਣ ਵਾਪਸ ਪੰਜਾਬ ਚੱਲਦੇ ਆ ਜੀ। ਪੰਜਾਬ ਦੇ ਵਿੱਚ ਹੁਣ ਜੇ ਅਸੀਂ ਬੇਅਦਬੀ ਦੇ ਮਾਮਲੇ ਦੀ ਗੱਲ ਕਰੀਏ, ਸਰੂਪਾਂ ਦੇ ਮਾਮਲੇ ਦੀ ਗੱਲ ਕਰ ਲਈਏ, 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਜਿਹੜੇ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਆ, ਧਰਨੇਕਾਰੀਆਂ ਵੱਲੋਂ ਧਰਨੇ ਲਗਾਏ ਜਾ ਰਹੇ ਹੈਗੇ, ਅਜੇ ਵੀ ਚੱਲ ਰਹੇ ਹੈਗੇ ਆ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟਾਸਕ ਫੋਰਸ ਆ, ਉਹਨਾਂ ਦੇ ਵੱਲੋਂ ਜਿਹੜਾ ਦਫ਼ਤਰ ਨੂੰ ਤਾਲਾ ਲਗਾਇਆ ਜਾਣਾ, ਉਸ ਤੋਂ ਬਾਅਦ ਅਸੀਂ ਦੇਖਿਆ ਕਿ ਤਲਵਾਰਾਂ ਜਿਹੜੀਆਂ ਹਵਾ 'ਚ ਲਹਿਰਾਈਆਂ ਜਾ ਰਹੀਆਂ, ਡਾਂਗਾਂ ਭਰਾਈਆਂ ਜਾ ਰਹੀਆਂ ਹੈਗੀਆਂ ਨੇ। ਉਸ ਦਿਨ ਜਿਹੜਾ ਉੱਥੇ ਪ੍ਰਦਰਸ਼ਨ ਹੋਇਆ ਹੈ, ਉਸ ਪਿੱਛੇ ਦੀ ਸਾਰੀ ਕਹਾਣੀ ਕੀ ਕਹਿੰਦੀ ਹੈ ਖਬਰ? ਅਰਸ਼ੀ, FCPC ਦੇ ਹਾਲਾਤ ਇਦਾਂ ਦੇ ਨੇ ਕਿ ਜਦੋਂ ਤੱਕ ਕਿਤੇ ਫਰਾਂਸ, ਕਿਤੇ ਇਟਲੀ ਜਾਂ ਕਿਸੇ ਹੋਰ ਮੁਲਕ 'ਚ ਜਦੋਂ ਸਾਡਾ ਸਿੱਖ ਭਾਈਚਾਰਾ ਕਿਸੇ ਦੀ ਦਸਤਾਰ ਜਾਂ ਫਿਰ ਕਿਸੇ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਵੇਲੇ ਤਾਂ SCPC ਨੂੰ ਬੜਾ ਫਿਕਰ ਹੁੰਦਾ ਕਿ ਉਹਨਾਂ ਦੀ ਤਲਾਸ਼ੀ ਕਿਉਂ ਲਈ ਗਈ। ਪਰ ਇੱਕ ਕਹਾਵਤ ਹੈ ਕਿ ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਤੇ ਪੱਗੋ ਪੱਗੀ ਹੋਏ ਖਾਲਸੇ। ਸਾਡੇ ਜਿਹੜਾ ਆਪਸ ਵਿੱਚ ਇੱਕ ਦੂਸਰੇ ਦੀਆਂ ਦਸਤਾਰਾਂ ਤਾਰਨ ਦਾ ਇੱਕ ਫੈਸ਼ਨ ਬਣ ਗਿਆ, ਇੱਕ ਸਵਾਦ ਬਣ ਗਿਆ, ਉਸ ਚੀਜ਼ ਨੇ ਸਾਡੀ ਇਸ ਸੰਸਥਾ ਨੂੰ ਬਹੁਤ ਢਾਹ ਲਾਈ ਹੈ। ਖਾਸ ਤੌਰ ਤੇ ਜਦੋਂ ਇਹ ਸੰਸਥਾ ਤੇ ਕਿਸੇ ਖਾਸ ਪਰਿਵਾਰ ਦਾ, ਖਾਸ ਪਾਰਟੀ ਦਾ ਉਸ ਦੇ ਉੱਤੇ ਜਾ ਕੇ ਜਦੋਂ ਅਧਿਕਾਰ ਹੋ ਗਿਆ, ਉਸ ਤੋਂ ਬਾਅਦ 'ਚੋਂ ਇਹ ਘਟਨਾਵਾਂ ਦਾ ਵਾਧਾ ਲਗਾਤਾਰ ਹੋਇਆ। ਹੁਣ SCPC ਦੇ ਉੱਤੇ ਜਿਹੜਾ ਪ੍ਰਧਾਨ ਬੈਠੇ ਆ, ਉਹ ਰਬੜ ਦੀਆਂ ਮੋਹਰਾਂ ਨੇ, ਆਪਾਂ ਨੂੰ ਸਭ ਨੂੰ ਪਤਾ। ਉਹ ਕਿਸੇ ਦੇ ਇਸ਼ਾਰੇ ਤੇ ਚੱਲਦੇ ਨੇ, ਸਭ ਨੂੰ ਪਤਾ ਹੈ। ਇਹ ਕਿਹਦੀ ਪ੍ਰਧਾਨਗੀ, ਜਿਹੜੇ 170 ਚੁਣੇ ਗਏ ਆ SCPC ਮੈਂਬਰ, ਉਹਨਾਂ ਦੀ ਕਿਤੇ ਨਹੀਂ ਚੱਲਦੀ। ਜਿਹੜੇ 15 ਨੋਮੀਨੇਟ ਕੀਤੇ ਜਾਂਦੇ ਨੇ, ਕਿਸੇ ਦੀ ਨਹੀਂ ਚੱਲਦੀ। ਅਕਾਲ ਤਖਤ ਦੇ ਸਣੇ ਜਿੰਨੇ ਦੂਸਰੇ ਜਥੇਦਾਰ ਨੇ, ਉਹਨਾਂ ਦੀ ਕਿਤੇ ਨਹੀਂ ਚੱਲਦੀ। ਨਾ ਕਿਸੇ ਹੈਡ ਗ੍ਰੰਥੀ ਦੀ ਚੱਲੇ, ਉੱਥੇ ਚੱਲਦੀ ਹੈ ਇੱਕ ਲਿਫਾਫੇ ਦੀ। ਉਹ ਲਿਫਾਫਾ ਕਿੱਥੋਂ ਉੱਡ ਕੇ ਆਉਂਦਾ, ਕੌਣ ਕਿਹੜੇ ਖੀਸੇ 'ਚ ਪਾ ਕੇ ਭੇਜਦਾ, ਸਿਰਫ ਤੇ ਸਿਰਫ ਇੱਕ ਉਸ ਇਸ਼ਾਰੇ ਤੇ ਉਹ ਸਾਰਾ ਕੁਝ ਹੁੰਦਾ। ਹੁਣ ਪਿਛਲੇ ਸਮੇਂ 'ਚ ਜੋ ਕੁਝ ਹੋਇਆ, ਆਪਾਂ ਨੂੰ ਸਭ ਨੂੰ ਪਤਾ ਕਿ ਸਰੂਪਾਂ ਦੇ ਮਾਮਲੇ 'ਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ 326 ਸਰੂਪ ਜਾਂ ਫਿਰ ਡਾਟੇ ਕੱਢ ਕੇ ਦੇਖੇ ਤਾਂ 400 ਤੋਂ ਉੱਪਰ ਵੀ ਗੱਲ ਜਾਂਦੀ ਸੀ। ਉਹਨਾਂ ਸਰੂਪਾਂ ਦੇ ਮਾਮਲੇ 'ਚ ਜਦੋਂ ਸਾਰੇ ਪਾਸੇ ਰੌਲਾ ਪੈ ਗਿਆ, ਦੇਸ਼ ਵਿਦੇਸ਼ ਦੇ ਵਿੱਚ ਚਰਚੇ ਹੋ ਗਏ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਅਲਟੀਮੇਟਲੀ ਉਸ ਮਾਮਲੇ 'ਚ ਇੰਟਰਫੇਰੈਂਸ ਕਰਨੀ ਪਈ। ਫਿਰ ਰਿਪੋਰਟ ਇੱਕ ਲਿਆਂਦੀ ਗਈ। ਰਿਪੋਰਟ ਦੇ ਵਿੱਚ ਬਹੁਤ ਸਖਤ ਫੈਸਲਾ ਇਹ ਆਇਆ ਕਿ ਜਿਹੜਿਆਂ ਨੇ ਵੀ ਇਹ ਸਾਰਾ ਕੁਝ ਕੀਤਾ ਹੈ,
ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਐਸਜੀਪੀਸੀ ਦਾ ਪ੍ਰਧਾਨ ਵੀ ਪ੍ਰੈਸ ਕਾਨਫਰੰਸ ਕਰਦਾ ਜੀ, ਸਾਰਿਆਂ ਤੇ ਦੋਸ਼ ਲਾਉਂਦਾ ਕਿ ਇਹਨਾਂ ਦੇ ਫੌਜਦਾਰੀ ਕੇਸ ਮੁਕੱਦਮੇ ਚੱਲਣਗੇ, ਕਿਸੇ ਨੂੰ ਵੀ ਛੱਡਿਆ ਨਹੀਂ ਜਾਊਗਾ। ਫਿਰ ਉਸ ਸੰਸਥਾ ਤੇ ਬੈਠ ਕੇ ਜਦੋਂ ਤੁਸੀਂ ਸੱਚ ਬੋਲਿਆ ਉਹ ਸੱਚ ਸੀ ਜਾਂ ਫਿਰ ਇੱਕ ਹਫ਼ਤੇ ਬਾਅਦ ਜਿਹੜਾ ਯੂ ਟਰਨ ਲਿਆ ਉਹ ਸੱਚ ਸੀ, ਇਹ ਸਵਾਲ ਖੜੇ ਕਰਦਾ। ਸਿੱਖਾਂ ਦੇ ਮਨਾਂ 'ਚ ਇਹਨਾਂ ਲੋਕਾਂ ਦੇ ਪ੍ਰਤੀ ਤਾਂ ਹੀ ਗੁੱਸਾ ਵੱਧਦਾ ਜਾਂਦਾ। ਐਡੀ ਵੱਡੀ ਸੰਸਥਾ ਸਾਡੀ ਕਿਸ ਤਰੀਕੇ ਨਾਲ ਇਹ ਕਥਿਤ ਰੂਪ ਵਿੱਚ ਇਹ ਲੁਟੇਰੇ ਟਾਈਪ ਉੱਪਰ ਬੈਠੇ ਹੋਏ ਆ। ਹੁਣ ਉਹਨਾਂ ਮਾਮਲਿਆਂ ਦੇ ਵਿੱਚ ਸਿੱਖ ਜਥੇਬੰਦੀਆਂ ਇਸ ਗੱਲ ਦੀ ਮੰਗ ਕਰ ਰਹੀਆਂ ਨੇ ਕਿ ਜਿਨ੍ਹਾਂ ਨੇ ਸਰੂਪਾਂ ਦੇ ਮਾਮਲੇ 'ਚ ਜੋ ਵੀ ਕੁਝ ਕੀਤਾ ਉਹਨਾਂ ਤੇ ਸਖਤ ਕਾਰਵਾਈ ਕਿਉਂ ਨਹੀਂ ਹੋ ਰਹੀ। ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਅਕਾਲ ਤਖਤ ਦਾ ਜਥੇਦਾਰ ਵੀ ਕਈ ਵਾਰ ਤਾਂ ਗੱਲਾਂ ਕਰਦਾ ਐਂ ਲੱਗਦਾ ਵੀ ਠੀਕ ਹੈ, ਪਰ ਫਿਰ ਵੀ ਯੂੰ ਹੀ ਤਾਂ ਕੋਈ ਬੇਵਫਾ ਨਹੀਂ ਹੁੰਦਾ। ਉਹਨੂੰ ਵੀ ਕਿਤੇ ਨਾ ਕਿਤੇ ਜਦੋਂ ਉਹ ਕਰਦਾ ਨਾ ਗੱਲਾਂ ਫਿਰ ਲੱਗਦਾ ਹੁੰਦਾ ਇਹ ਵੀ ਕਿਸੇ ਦੀ ਭਾਸ਼ਾ ਬੋਲ ਰਿਹਾ ਹੈ। ਹੁਣ ਸਤਿਕਾਰ ਕਮੇਟੀ ਉਹ 'ਚ ਬਲਬੀਰ ਮੁੱਛਲ ਹੋਣੀ ਕਾਫੀ ਦੇਰ ਦੇ ਉੱਥੇ ਧਰਨਾ ਲਾਈ ਬੈਠੇ ਸੀ, ਸੁਖਜੀਤ ਸਿੰਘ ਖੋਸੇ ਹੋਣੀ ਬੈਠੇ ਸੀ। ਪਿਛਲੇ ਸਮੇਂ 'ਚ ਵੀ ਉਹਨਾਂ ਨਾਲ ਟਕਰਾਅ ਹੋਇਆ, ਉਹਨਾਂ ਤੇ ਡਾਂਗ ਸੋਟਾਂ ਵਰਤੀਆਂ, ਪੱਤਰਕਾਰ ਵੀ ਕੁੱਟੇ ਗਏ। ਉਸੇ ਤਰ੍ਹਾਂ ਦੇ ਹਾਲਾਤ ਕੱਲ ਹੋਏ ਜਦੋਂ ਇਹਨਾਂ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੇਨ ਆਫਿਸ ਹੈ ਉਹਨੂੰ ਲੋਕ ਲਾਤਾ। ਲੋਕ ਲਾਉਣ ਤੋਂ ਬਾਅਦ ਆਪਸ ਵਿੱਚ ਟਕਰਾਅ ਹੋ ਗਿਆ। ਫਿਰ ਉਧਰੋਂ ਸਾਡੇ ਜਿਹੜੇ ਟਾਸਕ ਫੋਰਸ ਆ ਜਿਹੜੀ ਲੱਠਮਾਰ ਉੱਥੇ ਰੱਖੇ ਹੋਏ ਆ, ਫਿਰ ਉਹ ਇਕੱਠੇ ਹੋ ਕੇ ਇਹਨਾਂ ਨੂੰ ਪੈ ਗਈ, ਇਹਨਾਂ ਨਾਲ ਕੁੱਟਮਾਰ ਕੀਤੀ ਗਈ, ਦਸਤਾਰਾਂ ਉਤਾਰੀਆਂ ਗਈਆਂ, ਗੰਦੀਆਂ ਮਾਮ ਪੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ। ਸਾਡੀ ਇਸ ਸੰਸਥਾ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਔਰ ਜੋ ਬਾਕੀ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ ਹੈ, ਜਿੱਥੇ ਤਾਂ ਸਾਡਾ ਇੱਕ ਮੁਕਾਮ ਅਰਸ਼ੀ ਇਸ ਗੱਲ ਦਾ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ। ਅਸੀਂ ਕਿਸੇ ਦਾ ਦੁੱਖ ਤਕਲੀਫ ਦੇਖ ਨਹੀਂ ਸਕਦੇ। ਦੁਨੀਆ ਭਰ ਦੇ ਵਿੱਚ ਖਾਲਸਾ ਏਡ ਨਾਂ ਦੀਆਂ ਸੰਸਥਾਵਾਂ ਨਾਮ ਨੇ ਸਾਡੇ ਵੱਡੇ ਨਾਮ ਬਣਾਏ ਆ, ਉੱਥੇ ਜਿਹੜੇ ਇਹ ਜਲੂਸ ਕੱਢ ਰਹੇ ਆ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਫਿਰ ਇਹਨਾਂ ਮਾਮਲਿਆਂ ਦੇ ਵਿੱਚ ਟਰਾਂਸਪੇਰੈਂਟ ਜਾਂਚ ਨਾ ਹੋਣੀ, ਇਹ ਉਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਹੁਣ ਸਮਾਂ ਆ ਗਿਆ, ਅੱਗੇ ਚੋਣਾਂ ਹੋਣੀਆਂ ਨੇ, ਚੋਣਾਂ ਦੇ ਵਿੱਚ ਲੋਕਾਂ ਦਾ ਪਤਾ ਲੱਗ ਜਾਣਾ ਕਿ ਉਹਨਾਂ ਦੇ ਵਿੱਚੋਂ ਕਿ ਉਹ ਟਰਾਂਸਪੇਰੈਂਸੀ ਨਾਲ ਵੋਟਾਂ ਪਾਉਂਦੇ ਨੇ ਜਾਂ ਫਿਰ ਸਾਡਾ ਜਲੂਸ ਇਸੇ ਤਰੀਕੇ ਨਾਲ ਨਿਕਲਦਾ ਰਹੇ। ਬਿਲਕੁਲ। ਤੇ ਨਾਲ ਹੁਣ ਜੇ ਸਿਆਸਤ ਵੱਲ ਵਧੀਆ ਤਾਂ ਢੀਂਡਸਾ ਤੇ ਬ੍ਰਹਮਪੁਰਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਕੁਝ ਚੱਲ ਰਿਹਾ ਹੈਗਾ ਆ, ਪਰ ਹੁਣ ਇੱਕ ਖਬਰਾਂ 'ਚ ਇਹ ਵੀ ਆ ਰਿਹਾ ਕਿ ਸ਼ਾਇਦ ਉਹਨਾਂ 'ਚ ਏਕਾ ਹੋ ਜਾਵੇ, ਏਕਾ ਆ ਜਾਵੇ। ਕੀ ਇਹ ਸੱਚਾਈ ਹੈ ਕਿ ਏਕਾ ਹੋ ਜਾਊਗਾ ਇਹਨਾਂ 'ਚ? ਇੱਕ ਦੇਖੋ ਰਾਜਨੀਤਿਕ ਪਾਰਟੀਆਂ ਦਾ ਹੁੰਦਾ ਕੀ ਅਰਸ਼ੀ, ਇਹਨਾਂ ਦਾ ਕੋਈ ਵੀ ਤੁਹਾਡਾ ਦੁਸ਼ਮਣ ਨਹੀਂ ਹੁੰਦਾ, ਨਾ ਹੀ ਪੱਕਾ ਇਹਨਾਂ ਦਾ ਕੋਈ ਯਾਰ ਮਿੱਤਰ ਹੁੰਦਾ, ਨਾ ਹੀ ਦੁਸ਼ਮਣ ਨਾ ਯਾਰ ਦੋਸਤ। ਸੋ ਇਸ ਗੱਲ ਦੇ ਵਿੱਚ ਮੈਂ ਤਾਂ ਇਹਨਾਂ ਹਾਲਾਤ ਇਸ ਤਰ੍ਹਾਂ ਦੇ ਦੇਖਿਆ ਕਿ ਸਨ ਰੱਬ ਤੁਹਾਡਾ ਭਲਾ ਕਰੇ 2005 ਦੀ ਗੱਲ ਹੈ। ਉਦੋਂ ਅਸੀਂ ਪਟਿਆਲੇ ਜਦੋਂ ਅਸੀਂ ਪਾਸ ਆਊਟ ਕਰਕੇ ਗਏ, ਉਸ ਵੇਲੇ ਗੁਰਚੰਦ ਸਿੰਘ ਟੌੜਾ ਜਿਹੜੇ ਕਿ ਅਕਾਲੀ ਦਲ ਬਾਦਲ ਨਾਲੋਂ ਵੱਖ ਹੋ ਗਏ ਸੀ, ਕਈ ਐਮਐਲਏ ਉਹਨਾਂ ਨਾਲ ਚਲੇ ਗਏ ਸੀ, ਉਹਨਾਂ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਸੀ। ਉਹਦੇ 'ਚ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਸੀ, ਉਹਦੇ 'ਚ ਗਰੇਵਾਲ ਸਾਹਿਬ ਵੀ ਸ਼ਾਮਲ ਸੀ, ਉਹਨਾਂ 'ਚ ਸਰਜੀਤ ਸਿੰਘ ਕੋਹਲੀ ਵੀ ਸ਼ਾਮਲ ਸੀ, ਉਹਨਾਂ 'ਚ ਹੋਰ ਇਸ ਤਰ੍ਹਾਂ ਦੀ ਲੀਡਰਸ਼ਿਪ ਕਾਫੀ ਸ਼ਾਮਲ ਸੀ। ਹੁਣ ਸਾਡੇ ਸਭਾ ਦਾ ਜਿਹੜਾ ਜੋੜ ਮੇਲ ਹੁੰਦਾ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਉਸ ਸ਼ਰਧਾਂਜਲੀ ਦੇ ਵਿੱਚ ਜਥੇਬੰਦੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਰਾਜਨੀਤਿਕ ਪਾਰਟੀ ਹੋਵੇ ਦੂਸਰੀ ਕਾਂਗਰਸ, ਜਾਂ ਜਿਹੜੀਆਂ ਵੀ ਹੋਣ, ਅੰਮ੍ਰਿਤਸਰ ਗਰੁੱਪ ਹੋਵੇ, ਸਾਰੇ ਆਪੋ ਆਪਣੀਆਂ ਰਾਜਨੀਤਿਕ ਰੈਲੀਆਂ ਕਰਦੇ ਆ। ਉਸ ਰੈਲੀ ਦੇ ਵਿੱਚ ਜਿਹੜਾ ਟੌੜਾ ਗਰੁੱਪ ਸੀ, ਉਹਨਾਂ ਦੇ ਲੀਡਰਾਂ ਨੂੰ ਮੈਂ ਇਹ ਗੱਲ ਕਰਦੇ ਦੇਖਿਆ ਕਿ ਜੇਕਰ ਬਾਦਲ ਕੱਲ ਨੂੰ ਮਰ ਵੀ ਜਾਵੇ ਤਾਂ ਅਸੀਂ ਉਹਦੀ ਮੜੀ ਤੇ ਨਹੀਂ ਜਾਂਦੇ। ਲੀਡਰਾਂ ਨੇ ਹੱਥਾਂ 'ਚ ਹੱਥ ਪਾ ਕੇ ਜਕਾਰੇ ਲਾਏ ਹੋਏ ਆ ਉੱਥੇ, ਔਰ ਉਹੀ 4 ਮਹੀਨੇ ਨਹੀਂ ਟੱਪੇ, ਉਹੀ ਬਾਦਲ ਸਾਹਿਬ ਉਸ ਲੀਡਰ ਦੇ ਮੂੰਹ 'ਚ ਲੱਡੂ ਪਾ ਰਹੇ ਨੇ ਤੇ ਉਹੀ ਬਾਦਲ ਸਾਹਿਬ ਦੇ ਗੋਡੀ ਹੱਥ ਲਾ ਰਿਹਾ ਹੈ ਤੇ ਉਹੀ ਕਹਿ ਰਿਹਾ ਜੀ ਸਿੱਖ ਪੰਥ ਵਾਸਤੇ ਜੀ ਅਸੀਂ ਸੋਚਿਆ ਅਸੀਂ ਇਕੱਠੇ ਹੋ ਜੀ। ਸੋ ਇਹਨਾਂ ਦੀ ਜ਼ਮੀਰ ਕੋਈ ਨਹੀਂ ਹੁੰਦੀ, ਮੌਕਾ ਪ੍ਰਸਤ ਮਕਾਰੀ ਲੋਕ ਹੁੰਦੇ ਆ। ਹੁਣ ਹਾਲਾਤ ਇਹ ਨੇ ਕਿ ਪਹਿਲਾਂ ਜਦੋਂ ਬ੍ਰਹਮਪੁਰਾ ਸਾਹਿਬ ਨੇ ਟਕਸਾਲੀ ਗਰੁੱਪ ਬਣਾਇਆ, ਉਸ ਦੇ ਵਿੱਚ ਲੀਡਰਸ਼ਿਪ ਚਲੀ ਗਈ, ਸੇਖਵਾਂ ਸਾਹਿਬ ਚਲੇ ਗਏ, ਵੀਰ ਦਵਿੰਦਰ ਹੋਣੀ ਚਲੇ ਗਏ, ਅਜਨਾਲਾ ਪਰਿਵਾਰ ਚਲਾ ਗਿਆ, ਬੜਾ ਕੁਛ ਲੱਗਿਆ ਵੀ ਬੜਾ ਕੁਛ ਹੋ ਗਿਆ। ਫਿਰ ਜਦੋਂ ਢੀਂਡਸਾ ਗਰੁੱਪ ਸਾਹਮਣੇ ਆਇਆ, ਢੀਂਡਸਾ ਕਿਤੇ ਨਾ ਕਿਤੇ ਐਕਟਿਵ ਹੈਗੇ ਆ, ਪੁਰਾਣੇ ਘਾਕ ਨੇਤਾ ਹੈਗੇ ਆ, ਉਹਨਾਂ ਦੇ ਨਾਲ ਉਹ ਸਾਰੀ ਲੀਡਰਸ਼ਿਪ ਟੁੱਟ ਕੇ ਆ ਗਈ। ਸੇਖਵਾਂ ਵੀ ਟੁੱਟ ਕੇ ਆ ਗਿਆ, ਆਪਣਾ ਵੀਰ ਦਵਿੰਦਰ ਵੀ ਟੁੱਟ ਕੇ ਆ ਗਿਆ, ਅਜਨਾਲੇ ਦਾ ਮੁੰਡਾ ਬੋਨੀ ਤਾਂ ਸੁੱਖ ਨਾਲ ਫੇਰ ਉੱਥੇ ਜਾ ਕੇ ਉਹਨਾਂ ਦੇ ਘਰ 'ਚ ਬੈਠ ਗਿਆ ਬਾਦਲਾਂ ਦੇ, ਤੇ ਵੱਡਾ ਅਜਨਾਲਾ ਘਰ ਬੈਠ ਗਏ। ਹੁਣ ਉਸ ਤੋਂ ਬਾਅਦ 'ਚੋਂ ਲਗਾਤਾਰ ਇਹ ਗੱਲ ਚੱਲਦੀ ਸੀ ਕਿ ਆਉਂਦਾ ਸਮਾਂ ਜਿਹੜੀਆਂ 2022 ਦੀਆਂ ਚੋਣਾਂ ਨੇ, ਜਾਂ ਫਿਰ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਗੇ ਆਉਣ ਦੇ ਅਸਾਰ ਬਣਦੇ ਆ, ਉਸ ਦੇ ਵਿੱਚ ਕੀ ਹਾਲ ਹੋਣਗੇ। ਹੁਣ
ਲੇਟੈਸਟ ਗੱਲ ਜਿਹੜੀ ਚੱਲ ਰਹੀ ਹੈ ਜੀ। ਉਹ ਗੱਲ ਹੈ ਕਿ ਕੱਲ ਜਦੋਂ ਬ੍ਰਹਮਪੁਰਾ ਸਾਹਿਬ ਨੇ ਆਪਣੇ ਪਰਿਵਾਰ ਦੇ ਵਿੱਚ ਇੱਕ ਮੀਟਿੰਗ ਰੱਖੀ ਹੋਈ ਸੀ, ਲੀਡਰਸ਼ਿਪ ਬੁਲਾਈ ਹੋਈ ਸੀ, ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਬ੍ਰਹਮਪੁਰਾ ਸਾਹਿਬ ਆਉਂਦਾ ਭਵਿੱਖ ਕੀ ਹੋਊਗਾ। ਉਹ ਕਹਿੰਦੇ ਜੀ ਉਹੀ ਗੱਲ, ਕਹਿੰਦੇ ਭਵਿੱਖ ਇਹ ਹੈ ਵੀ ਢੀਂਡਸਾ ਜਿਹਨੂੰ ਉਹ ਕੁਝ ਦਿਨ ਪਹਿਲਾਂ ਗਾਲਾਂ ਕੱਢਦੇ ਸੀ, ਢੀਂਡਸਾ ਕਹਿੰਦੇ ਮੇਰੇ ਕੰਟੈਕਟ 'ਚ ਹੈ ਤੇ ਐਸਜੀਪੀਸੀ ਦੀਆਂ ਚੋਣਾਂ ਦੇ ਮੱਦੇਨਜ਼ਰ ਰੱਖਦੇ ਅਸੀਂ ਆਪਣੀ ਪਾਰਟੀ ਉਹਨਾਂ ਦੇ ਵਿੱਚ ਮਰਜ ਤਾਂ ਨਹੀਂ ਕਰਨੀ, ਪਰ ਇਹ ਜ਼ਰੂਰ ਹੋ ਸਕਦਾ ਹੈ ਕਿ ਅਸੀਂ ਆਪਸ ਵਿੱਚ ਅਲਾਈਅੰਸ ਕਰ ਲਈਏ ਤੇ ਬਾਦਲਾਂ ਨੂੰ ਹਰਾਉਣ ਵਾਸਤੇ ਅਸੀਂ ਪੰਥ ਦਰਦੀ ਇਕੱਠੇ ਹੋ ਜਾਈਏ। ਹੁਣ ਇਹ ਪੰਥ ਦਰਦੀ ਕਦੋਂ ਹੁੰਦੇ ਆ ਤੇ ਬੇਦਰਦੀ ਕਦੋਂ ਹੁੰਦੇ ਆ, ਲੋਕਾਂ ਦਾ ਪਤਾ ਨਹੀਂ ਲੱਗਦਾ। ਇਹਨਾਂ ਨੇ ਆਪਣਾ ਮੌਕਾ ਦੇਖਣਾ ਹੁੰਦਾ, ਉਸ ਮੌਕੇ ਦੇ ਮੁਤਾਬਕ ਆਉਂਦੇ ਦਿਨਾਂ ਦੇ ਵਿੱਚ ਇਹ ਐਲਾਨ ਹੋ ਸਕਦਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਬ੍ਰਹਮਪੁਰਾ ਸਾਹਿਬ ਇਹ ਪਹਿਲਾਂ ਤਾਂ ਇਹ ਇਕੱਠੇ ਹੋ ਜਾਣ, ਔਰ ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਕੁਝ ਦੇਰ ਬਾਅਦ ਇਹ ਵੀ ਐਲਾਨ ਕਰ ਦੇਣ ਵੀ ਹਾਂਜੀ ਅਸੀਂ ਸਾਰਿਆਂ ਨੇ ਹਿੱਤ ਦੇਖੇ, ਉਹਨਾਂ ਦੀ ਪਾਰਟੀ ਅਸੀਂ ਆਪਣੇ 'ਚ ਮਰਜ ਕਰ ਲਈ ਹੈ। ਸੋ ਸਿਆਸਤ ਦੇ ਵਿੱਚ ਇੱਥੇ ਭਰੋਸਾ ਕੋਈ ਨਹੀਂ, ਕੌਣ ਕਿੱਧਰ ਨੂੰ ਚੱਲਦਾ ਹੈ, ਕਿਹੜਾ ਤੀਰ ਕਿਹਦੇ ਵੱਲ ਚੱਲਦਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਸਿਆਸਤ 'ਚ ਕੋਈ ਭਰੋਸਾ ਨਹੀਂ, ਕਿਹੜਾ ਤੀਰ ਕਿੱਧਰ ਚੱਲਦਾ ਕੁਝ ਨਹੀਂ ਪਤਾ। ਚਾਹੇ ਸਾਡੀ BC ਦੀ ਇਲੈਕਸ਼ਨ ਨੇ, ਚਾਹੇ ਸਾਰਿਆਂ ਦੀਆਂ ਨਜ਼ਰਾਂ ਬਿਹਾਰ 'ਚ ਇਲੈਕਸ਼ਨ ਤੇ ਲੱਗੀਆਂ ਹੋਏ ਨੇ, ਚਾਹੇ ਅਸੀਂ ਨਿਊਜ਼ੀਲੈਂਡ ਦੀ ਇਲੈਕਸ਼ਨ ਦੀ ਗੱਲ ਕਰ ਲਈਏ ਜਿੱਥੇ ਜਸਿੰਡਾ ਆਰਡਨ ਬਹੁਮਤ ਦੇ ਨਾਲ ਉੱਥੇ ਵੀ ਇਤਿਹਾਸ ਸਿਰਜਿਆ ਗਿਆ, ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਅਮਰੀਕਾ ਦੀਆਂ ਇਲੈਕਸ਼ਨਸ ਦੇ ਉੱਤੇ। ਅਮਰੀਕਾ ਦੀ ਇਲੈਕਸ਼ਨ ਬੜੀ ਰੋਚਕ ਗੱਲ ਤੁਸੀਂ ਤੋਰ ਲਈ ਹੈ। ਕਹਿੰਦੇ ਜੀ ਡੋਨਲਡ ਟਰੰਪ ਸਾਹਿਬ ਤੇ ਜੋਏ ਬਿਡਨ ਤੇ ਜਿਨ੍ਹਾਂ ਦੀ ਆਪਸੀ ਹੁਣ ਲਾਸਟ ਵਾਲੀ ਬਹਿਸ ਹੋਈ ਹੈ, ਉਹਦੇ ਚ ਤਾਂ ਡੋਨਲਡ ਟਰੰਪ ਸਾਹਿਬ ਨੇ ਕਹਿੰਦੇ ਇੰਡੀਆ ਨੂੰ ਵੀ ਬੜੀ ਥੂ ਕਰਤੀ ਹੈ। ਜਿਹੜਾ ਕਹਿੰਦੇ ਸੀ ਮੇਰਾ ਮਾਈ ਬੈਸਟ ਫਰੈਂਡ ਨਰਿੰਦਰ ਮੋਦੀ, ਉਹ ਸਾਡੇ ਵਾਲੇ ਨੂੰ ਕਹਿੰਦੇ ਵੀ ਉੱਥੇ ਤਾਂ ਗੰਦਾ ਬਹੁਤ ਹੈ। ਜੀ ਬਿਲਕੁਲ, ਇਹ ਮੌਕਾ ਪ੍ਰਸਤੀ ਕਿ ਜਦੋਂ ਅਸੀਂ ਕੋਈ ਸਬੰਧਾਂ ਦੀ ਗੱਲ ਕਰਨੀ ਆ ਜੀ, ਭਾਰਤ ਨਾਲ ਸਾਡੇ ਬਹੁਤ ਵਧੀਆ ਸਬੰਧ ਹੈਗੇ। ਜੇ ਜੂਨੀਅਰ ਟਰੰਪ ਦੀ ਗੱਲ ਕਰੀਏ, ਉਹਨਾਂ ਨੂੰ ਪੁੱਛਿਆ ਗਿਆ ਇੱਕ ਰਿਪੋਰਟਰ ਦੇ ਵੱਲੋਂ ਕਿ ਤੁਸੀਂ ਇੰਡੀਆ ਦੇ ਬਾਰੇ ਕੀ ਕਹਿਣਾ ਹੈਗਾ, ਤਾਂ ਉਹ ਕਹਿੰਦੇ ਕਿ ਮੋਦੀ ਤਾਂ ਮੇਰੇ ਫਾਦਰ ਦੇ ਬਹੁਤ ਅੱਛੇ ਫਰੈਂਡ ਹੈਗੇ, ਬਹੁਤ ਗੁੱਡ ਫਰੈਂਡ ਹੈਗੇ, ਪਰ ਜਦੋਂ ਅਸੀਂ ਸਿਆਸਤ ਦੀ ਗੱਲ ਆਉਂਦੀ ਹੈਗੀ ਹੈ ਤਾਂ ਫਿਰ ਡੋਨਲਡ ਟਰੰਪ ਬੋਲਣ ਲੱਗੇ, ਫਿਰ ਅੱਗਾ ਪਿੱਛੇ ਦੇਖਦੇ ਵੀ ਕਿਹਦੇ ਫਰੈਂਡ ਹੈਗੇ ਆ, ਕਿਹਦੇ ਨਹੀਂ ਹੈਗੇ। ਕਹਿੰਦੇ ਭਾਰਤ ਦੇ ਵਿੱਚ ਕਰੋਨਾ ਦਾ ਬਹੁਤ ਬੁਰਾ ਹਾਲ ਆ, ਉੱਥੇ ਆਰਥਿਕਤਾ ਦਾ ਬਹੁਤ ਬੁਰਾ ਹਾਲ ਆ। ਸੋ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ। ਹੁਣ ਡਿਬੇਟ ਜਿਹੜੀ ਹੋਈ ਆ ਲਾਸਟ ਦੇ ਉੱਤੇ, ਪਹਿਲੀ ਡਿਬੇਟ ਅਸੀਂ ਸਾਰਿਆਂ ਨੇ ਦੇਖੀ ਆ, ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਬੁਰੀ ਡਿਬੇਟ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਦੇਖੀ ਹੈਗੀ। ਇੱਕ ਦੂਜੇ ਨੂੰ ਜਿਸ ਤਰ੍ਹਾਂ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਨੇ, ਇੱਕ ਦੂਜੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਹੈਗਾ। ਸੋ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ, ਪਰ ਦੂਜੀ ਡਿਬੇਟ ਉਹਨਾਂ ਦੀ ਕੈਂਸਲ ਹੋ ਗਈ ਕਿਉਂਕਿ ਟਰੰਪ ਸਾਹਿਬ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸੀ, ਤੇ ਉਸ ਤੋਂ ਬਾਅਦ ਵਾਪਸ ਜਦੋਂ ਆਏ ਤਾਂ ਜੋ ਬਾਈਡਨ ਕਹਿੰਦੇ ਕਿ ਨਹੀਂ ਮੈਂ ਤਾਂ ਨਹੀਂ ਕੋਈ ਡਿਬੇਟ ਕਰਨੀ, ਕਿਉਂਕਿ ਉਹ ਤਾਂ ਅਜੇ ਉਹਨਾਂ ਨੇ ਕੁਆਰੰਟਾਈਨ ਨਹੀਂ ਕੀਤਾ, ਸਿਰਫ ਉਸ ਤਰ੍ਹਾਂ ਹੀ ਜਿਹੜੇ ਵਾਈਟ ਹਾਊਸ ਵਾਪਸ ਪਰਤ ਆਏ ਆ। ਤੇ ਜਦੋਂ ਨੈਂਸੀ ਪੈਲੋਸੀ ਨੂੰ ਪੁੱਛਿਆ ਗਿਆ ਕਿ ਤੈਨੂੰ ਕੀ ਲੱਗਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਡੇਂਜਰਸ ਪਲੇਸ ਕਿਹੜੀ ਹੋਗੀ, ਕਹਿੰਦੀ ਵਾਈਟ ਹਾਊਸ। ਕਹਿੰਦੀ ਵਾਈਟ ਹਾਊਸ ਤੋਂ ਡੇਂਜਰਸ ਇਸ ਵਾਰ ਕੋਈ ਕਰੋਨਾ ਵਾਇਰਸ ਨਾ ਹੋ ਜੇ, ਕੁਛ ਵਾਇਰਸ ਤਾਂ ਹੋਣਾ ਹੀ ਆ। ਜਿਹੜਾ ਕੋਈ ਵਾਇਰਸ ਆਉਂਦੇ ਉੱਥੇ ਵਾਈਟ ਹਾਊਸ ਦੇ ਵਿੱਚ ਜਿਹੜੇ ਰਹਿ ਰਹੇ ਸੀ ਉਹ ਵੀ ਇੰਨੇ ਡਰੇ ਹੋਏ ਆ ਕਿ ਪਤਾ ਨਹੀਂ ਕੀ ਹੋ ਜਾਣਾ ਕੱਲ ਨੂੰ, ਕਿਉਂਕਿ ਕੋਈ ਵੀ ਪ੍ਰੀਕਾਸ਼ਨਸ ਨਹੀਂ ਲਏ ਜਾ ਰਹੇ, ਕੋਈ ਗਾਈਡਲਾਈਨਸ ਨਹੀਂ ਜਿਹੜੀਆਂ ਫੋਲੋ ਕੀਤੀਆਂ ਜਾ ਰਹੀਆਂ। ਪਰ ਹੁਣ ਜਿਹੜੀ ਦੂਜੀ ਤੇ ਆਖਰੀ ਡਿਬੇਟ, ਤੀਜੀ ਕਹਿ ਸਕਦੇ ਸੀ ਪਰ ਦੂਜੀ ਹੋਈ ਨਹੀਂ, ਹੁਣ ਜਿਹੜੀ ਦੂਜੀ ਡਿਬੇਟ ਹੋਈ ਹੈਗੀ ਆ, ਤੀਜੀ ਤੇ ਆਖਰੀ ਡਿਬੇਟ, ਡੋਨਲਡ ਟਰੰਪ ਨੇ ਵੀ ਸਹੀ ਤਰ੍ਹਾਂ ਨਾਲ ਜਵਾਬ ਦਿੱਤੇ ਹੈਗੇ, ਕਿਉਂਕਿ ਉਦੋਂ ਮਿਊਟ ਦਾ ਬਟਨ ਦੱਸਿਆ ਗਿਆ ਸੀ ਉਹਨਾਂ ਨੂੰ ਕਿ ਮਿਊਟ ਦੀ ਆਪਸ਼ਨ ਹੈਗੀ ਹੈ, ਜਿਹਨੂੰ ਜਵਾਬ ਨਾ ਦੇ ਦਿੱਤਾ ਗਿਆ ਤਾਂ ਤੁਹਾਡਾ ਮਾਈਕ ਜਿਹੜਾ ਮਿਊਟ ਕਰ ਦਿੱਤਾ ਜਾਊਗਾ। ਸੋ ਇਸ ਜਿਹੜੀ ਡਿਬੇਟ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ, ਇਕਨੋਮੀ ਨੂੰ ਲੈ ਕੇ, ਹੈਲਥ ਕੇਅਰ ਨੂੰ ਲੈ ਕੇ, ਜੌਬਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ, ਪਰ ਉਸ ਤੋਂ ਜ਼ਿਆਦਾ ਜਿਹੜੇ ਨਿੱਜੀ ਤੌਰ ਤੇ ਹਮਲੇ ਕੀਤੇ ਗਏ ਚਾਈਨਾ ਦੇ ਨੂੰ ਲੈ ਕੇ, ਕਿਉਂਕਿ ਚਾਈਨਾ ਦੇ ਵਿੱਚ ਇੱਕ ਹੋਰ ਨਵੀਂ ਚੀਜ਼ ਸਾਹਮਣੇ ਆਈ ਹੈ ਕਿ ਟਰੰਪ ਦਾ ਖਾਤਾ ਚਾਈਨਾ 'ਚ ਵੀ ਚੱਲਦਾ। ਦੇਖੋ ਇਹ ਸਭ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਨੇ। ਹੁਣ ਇੱਕ ਪਾਸੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਹਾਊਡੀ ਮੋਦੀ ਹੋਇਆ, ਮੋਦੀ ਸਾਹਿਬ ਤੇ RSS ਦੇ ਹਜ਼ਾਰਾਂ ਬੰਦੇ ਪਹਿਲਾਂ ਇੱਥੇ ਪਹੁੰਚ ਕੇ ਸਾਰੀਆਂ ਟਿਕਟਾਂ ਦੇ ਪ੍ਰਬੰਧ ਕੀਤੇ ਗਏ। ਉਸ ਵੇਲੇ ਸਿਆਸਤ ਖੇਡੀ ਗਈ, ਅਬ ਕੀ ਵਾਰ ਟਰੰਪ ਸਰਕਾਰ ਦਾ ਨਾਰਾ ਲਾਇਆ ਗਿਆ, ਔਰ ਉਸ ਤੋਂ ਬਾਅਦ ਚੋਂ ਭਾਵੇਂ ਕਿ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਆ ਕੇ ਸਾਡੀ ਸਰਕਾਰ ਨੂੰ ਬੜਾ ਡਿਫੈਂਸਿਵ ਹੋਣਾ ਪਿਆ। ਜਦੋਂ ਉੱਥੋਂ ਦੀ ਕਾਂਗਰਸ ਨੇ ਲੈਟਰ ਲਿਖਿਆ ਵੀ ਇਹਨਾਂ ਦੀ ਇਸ ਤਰੀਕੇ ਨਾਲ ਤੁਸੀਂ ਕਿਵੇਂ ਕਹਿ ਸਕਦੇ ਹੋ, ਕੱਲ ਨੂੰ ਜੇ ਸਰਕਾਰ ਦੂਜੀ ਆ ਗਈ ਤਾਂ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣਗੇ। ਤਾਂ ਉਸ ਗੱਲ ਵਿੱਚ ਇੱਕ ਅਪੋਲੋਜਾਈਜ਼ ਟਾਈਪ ਲੈਟਰ ਵੀ ਸਾਨੂੰ ਲਿਖਣਾ ਪਿਆ ਵੀ ਨਹੀਂ ਏਦਾਂ ਨਹੀਂ ਸੀ, ਲਫ਼ਜ਼ ਚੇਂਜ ਹੋ ਗਏ ਜੀ। ਹੁਣ ਉਸ ਤੋਂ ਬਾਅਦ ਚੋਂ ਫਿਰ ਡੋਨਲਡ ਟਰੰਪ ਸਾਹਿਬ ਸਾਡੇ ਆਉਂਦੇ ਆ ਜੀ। ਡੋਨਲਡ ਟਰੰਪ ਸਾਹਿਬ ਨੂੰ ਫਿਰ ਮੋਦੀ ਸਾਹਿਬ ਉੱਥੇ ਪੂਰਾ ਸ਼ੌਂਕ ਦਾ ਗੇੜਾ ਦਬਾਉਂਦੇ ਆ ਸਟੇਡੀਅਮ ਦੇ ਵਿੱਚ, ਹਨਾ, ਤੇ ਕਦੇ ਜੱਫੀਆਂ ਪਾਉਂਦੇ। 24 ਵਾਰ ਤਾਂ ਜੱਫੀਆਂ ਪਾਈ ਗਏ ਜਾਇਆ ਕਰਨ। ਮੈਨੂੰ ਤਾਂ ਐਂ ਲੱਗਦਾ ਸੀ ਵੀ ਭਾਸ਼ਣ ਘੱਟਦੇ ਰਹਿੰਦੇ, ਜੱਫੀਆਂ ਵੱਧ ਪਾ ਰਹੇ ਨੇ। ਉਹ ਸਾਰੀਆਂ ਗੱਲਾਂ ਹੋ ਗਈਆਂ।
ਬੜਾ ਕੁਝ ਡੋਨਲਡ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਇੰਨੇ ਲੱਖ ਬੰਦਾ ਮੈਨੂੰ ਉਡੀਕਣ ਆਊਗਾ, ਮੈਨੂੰ ਉੱਥੇ ਲੈਣ ਆਉਣਗੇ। ਬਾਕੀ ਚਲੋ ਸਾਡੇ ਆਬਾਦੀ ਬਹੁਤ ਹੈ, ਇਸ ਗੱਲ ਨੂੰ ਸਾਨੂੰ ਕਮੀ ਕੋਈ ਨਹੀਂ, 5-7 ਲੱਖ ਹੀ, ਸਾਡੇ ਤਾਂ 20-25 ਲੱਖ ਵੀ ਲੈਣ ਆ ਸਕਦਾ। ਪਰ ਗੱਲ ਰੋਚਕ ਗੱਲ ਕੀ ਸੀ, ਡੋਨਲਡ ਟਰੰਪ ਸਾਹਿਬ ਨੇ ਆਪਣਾ ਦੌਰਾ ਖਤਮ ਕੀਤਾ, ਨਾਲ ਦੀ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਮੋਦੀ, ਜਿਹੜਾ ਤਾਂ ਅੱਜ ਫੋਟੋ ਹੀ ਦੇਖ ਰਿਹਾ ਹੋਣਾ ਵੀ ਮੇਰੀ ਉਹਦੇ ਨਾਲ ਜੱਫੀ ਵਾਲੀਆਂ ਕਿਹੜੀਆਂ ਨੇ, ਉਹਨੇ ਅਨਫੋਲੋ ਵੀ ਕਰਤਾ ਉਧਰੋਂ ਟਵੀਟ ਤੋਂ ਜਾ ਕੇ। ਫਿਰ ਸਾਡੇ ਵਾਲਿਆਂ ਨੂੰ ਹੱਲ ਕੋਈ ਨਾ ਲੱਭੇ ਵੀ ਇਹ ਫੋਟੋ ਡਿਵੈਲਪ ਕਰਾਈਏ ਕਿ ਨਾ ਕਰਾਈਏ, ਜੇ ਕੰਪਿਊਟਰ 'ਚ ਪਈਆਂ ਰਹਿਣ ਦੀ। ਉਸੇ ਤਰੀਕੇ ਨਾਲ ਹੁਣ ਜਦੋਂ ਵਾਤਾਵਰਣ ਦੇ ਮਾਮਲੇ ਤੇ ਅਰਸ਼ 'ਚ ਬਹਿਸ ਹੋਈ ਤਾਂ ਡੋਨਲਡ ਟਰੰਪ ਨੇ ਜੋ ਲਫ਼ਜ਼ ਵਰਤੇ, ਤਾਂ ਹੁਣ ਜਿਹੜੇ ਮੋਦੀ ਭਗਤ ਨੇ ਜਾਂ ਸਾਡੇ ਭਾਰਤ ਦੇ ਜਿਹੜੇ ਬੀਜੇਪੀ ਦੇ ਸਮਰਥਕ ਨੇ, ਉਹਨਾਂ ਨੂੰ ਉਹ ਲਫ਼ਜ਼ ਕੋਈ ਨਹੀਂ ਲੱਭ ਰਿਹਾ ਤੇ ਲੋਕ ਚਟਕਾਰੇ ਲਾ ਕੇ ਪੁੱਛਦੇ ਵੀ ਉਹ ਤੁਹਾਡਾ ਜਿਹੜਾ ਮਿੱਤਰ ਸੀ, ਮਾਈ ਬੈਸਟ ਫਰੈਂਡ, ਉਹ ਤਾਂ ਤੁਹਾਡਾ ਕਹਿੰਦੇ ਜਾਂਦੇ ਸਭ ਤੋਂ ਡੰਪ ਕੰਟਰੀ। ਸੋ ਹੁਣ ਹਾਲਾਤ ਕੀ ਹੋਣੇ ਚਾਹੀਦੇ? ਬਿਲਕੁਲ, ਜੇ ਅਸੀਂ ਓਵਰਆਲ ਦੇਖੀਏ ਤਾਂ ਉੱਥੇ ਵੀ ਕੁਝ ਹਾਲਾਤ ਚੰਗੇ ਨਹੀਂ ਹੈਗੇ ਕਿ ਜੇ ਹੁਣ ਦੁਬਾਰਾ ਟਰੰਪ ਰਾਸ਼ਟਰਪਤੀ ਬਣ ਜਾਂਦੇ ਨੇ ਤਾਂ ਕੀ ਹਾਲ ਹੋਣਾ ਹੈ, ਕਿਉਂਕਿ ਉਹ ਤਾਂ ਚਾਹੁੰਦੇ ਆ ਕਿ ਮੈਂ 12 ਸਾਲ ਹੋਰ ਰਵਾਂ। ਉਹ ਕਹਿੰਦੇ ਕਿ ਹੁਣ ਤਾਂ ਤੁਸੀਂ ਇਹ ਨਾਅਰੇ ਲਾਓ ਕਿ 12 ਸਾਲ ਮੈਂ ਹੀ ਤੁਹਾਡਾ ਰਾਸ਼ਟਰਪਤੀ ਰਵਾਂ, ਤੇ ਨਾਲ ਨਾਲ ਉਹ ਕਹਿੰਦੇ ਆ ਕਿ ਜੇ ਹੁਣ ਮੈਂ ਵੋਟਾਂ ਦੇ ਵਿੱਚ ਹਾਰਦਾ ਵੀ ਨਾ, ਇੰਨੀ ਛੇਤੀ ਮੈਂ ਹਾਰ ਨਹੀਂ ਮੰਨਣੀ। ਕਹਿੰਦੇ ਮੈਂ ਸੁਪਰੀਮ ਕੋਰਟ ਤੱਕ ਲੈ ਕੇ ਜਾਊਂਗਾ। ਉਹ ਤਾਂ ਲੋਕਾਂ ਨੂੰ ਇਹ ਵੀ ਕਹਿ ਰਹੇ ਆ ਕਿ ਤੁਸੀਂ ਇੱਕ ਵਾਰੀ ਵੋਟ ਪਾਤੀ, ਦੂਜੀ ਵਾਰ ਫੇਰ ਪਾਇਓ ਜੇ ਮੇਲ ਇਨ ਬੈਲਟ, ਕਿਉਂਕਿ ਇਹ ਵੀ ਇਤਿਹਾਸ ਹੈ ਮਿਸਟਰ ਧਾਲੀਵਾਲ ਕਿ 3.5 ਮਿਲੀਅਨ 3.5 ਮਿਲੀਅਨ ਜਿਹੜੇ ਲੋਕ ਹੈਗੇ ਉਹਨਾਂ ਨੇ ਮੇਲ ਇਨ ਬੈਲਟ ਆਲਰੇਡੀ ਭੇਜ ਦਿੱਤੇ ਆ। ਸੋ ਤੇ ਇਹ ਇੰਨੀ ਜ਼ਿਆਦਾ ਮੇਲ ਇਨ ਬੈਲਟ ਉੱਥੇ ਹੁੰਦੀ ਨਹੀਂ ਅਮਰੀਕਾ ਦੇ ਵਿੱਚ ਜਿੰਨੀ ਇਸ ਵਾਰ ਹੋ ਚੁੱਕੀ ਹੈਗੀ ਹੈ। ਹੁਣ ਕੁਝ ਵੀ ਹੋ ਸਕਦਾ ਹੈ, ਇਲੈਕਸ਼ਨ ਡੇ ਦੇ ਵਿੱਚ ਚਾਹੇ ਥੋੜੇ ਦਿਨ ਬਚੇ ਆ, ਪਰ ਉੱਥੇ ਇੰਡੀਆ ਵਾਂਗੂ ਉੱਥੇ ਵੀ ਹੁਣ ਜੇ ਟਰੰਪ ਦੀ ਸਰਕਾਰ ਹੈਗੀ ਆ ਤਾਂ ਕੁਝ ਵੀ ਹੋ ਸਕਦਾ। ਯੂ ਨੈਵਰ ਨੋ ਕਿ ਕੀ ਹੋ ਜੇ, ਕਿੱਥੇ ਕੀ ਪ੍ਰਦਰਸ਼ਨ ਹੋਣ ਲੱਗ ਜਾਣ, ਕਿੱਥੇ ਧਰਨੇ ਹੋਣ ਲੱਗ ਜਾਣ, ਕੀ ਸੁਪਰੀਮ ਕੋਰਟ ਦੇ ਵਿੱਚ ਹੁਣ ਜਾਇਆ ਜਾਊਗਾ, ਕੀ ਟਰੰਪ ਹਾਰ ਮੰਨਣਗੇ ਜਾਂ ਬਾਈਡਨ ਕੀ ਕਹਿਣਗੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਆਉਣ ਵਾਲੀ ਜਿਹੜੀ 3 ਤਰੀਕ ਆ ਤੇ ਉਸ ਤੋਂ ਆਉਣ ਵਾਲਾ ਸਮਾਂ ਦੇਖਣ ਵਾਲਾ ਹੋਊਗਾ ਕਿ ਕੀ ਕੁਝ ਹੁੰਦਾ ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਦੇ ਉੱਤੇ ਦੁਨੀਆ ਦੀ ਹਰ ਕੰਟਰੀ ਦੀਆਂ ਜਿਹੜੀਆਂ ਨਜ਼ਰਾਂ ਹੈਗੀਆਂ ਉਹ ਲੱਗੀਆਂ ਹੋਈਆਂ ਨੇ। ਤੁਹਾਨੂੰ ਭਾਗੀ ਵਾਲੀ ਗੱਲ ਹੈ, ਹੁਣ ਤਾਂ ਸਾਰੇ ਪਾਸੇ ਘਰ ਘਰ ਕਹਿੰਦੇ ਕੋਠੇ ਚੜ੍ਹ ਕੇ ਦੇਖੀਏ ਤਾਂ ਘਰ ਘਰ ਇਹ ਅੱਗ। ਸਾਰੇ ਕੰਟਰੀਆਂ ਦਾ ਹਾਲਾਤ ਇਸੇ ਤਰ੍ਹਾਂ ਦੇ ਨੇ। ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ ਆਪਾਂ ਨਾਰਥ ਕੋਰੀਆ ਦੀ ਗੱਲ ਕਰਦੇ ਸੀ ਕਿ ਉੱਥੇ ਡਿਕਟੇਟਰਸ਼ਿਪ ਹੈ, ਫਿਰ ਨਾਲ ਲੱਗਦਾ ਚਾਈਨਾ ਦੇ ਜੋ ਸ਼ੀ ਜਿਨਪਿੰਗ ਨੂੰ ਜਿਵੇਂ ਪੱਕਾ ਹੀ ਉੱਥੇ ਦਾ ਬਣਾ ਦਿੱਤਾ ਗਿਆ। ਹੁਣ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ। ਹਾਲਾਤ ਭਾਰਤ 'ਚ ਵੀ ਉਦੋਂ ਦੇ ਬਣਦੇ ਜਾਂਦੇ ਆ। ਜਿਸ ਤਰੀਕੇ ਨਾਲ ਸਾਰੀਆਂ ਤਾਕਤਾਂ ਜਿਹੜੀਆਂ ਸਾਰੀਆਂ ਸਟੇਟਾਂ ਦੀਆਂ ਤਾਕਤਾਂ ਇੱਕ ਕੇਂਦਰ ਆਪਣੇ ਕੋਲ ਕੰਟਰੋਲ ਦੀ ਕਰਨ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਇਸ ਤਰ੍ਹਾਂ ਦੀ ਸੰਭਾਵਨਾ ਤੇ ਵਿਚਾਰਾਂ ਭਾਵੇਂ ਖੁੱਲ ਕੇ ਕੋਈ ਨਹੀਂ ਕਰ ਰਿਹਾ, ਪਰ ਅੰਦਰੋਂ ਸਾਥੀ ਕਿਤੇ ਨਾ ਕਿਤੇ ਲੋਕਾਂ ਨੂੰ ਡਰ ਹੈ। ਜੀ ਬਿਲਕੁਲ। ਰਸ਼ੀਆ ਦੇ ਵਿੱਚ ਕੀ ਹੋਇਆ, ਵਲਾਦੀਮਿਰ ਪੁਤਿਨ ਉਹਨਾਂ ਨੂੰ ਵੀ ਪੱਕੇ ਬਣਾ ਦਿੱਤਾ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਫੈਲਦੀਆਂ ਜਾ ਰਹੀਆਂ ਨੇ, ਇਹ ਦੇਸ਼ ਜਦੋਂ ਵੀ ਆਪਾਂ, ਕਿਉਂਕਿ ਆਪਾਂ ਹਿਸਟਰੀ ਦੇ ਵਿਦਿਆਰਥੀ ਰਹੇ ਹਾਂ, ਜਦੋਂ ਵੱਡੀਆਂ ਤਬਦੀਲੀਆਂ ਆਈਆਂ, ਜਦੋਂ ਵਰਲਡ ਵਾਰ ਲੱਗੀਆਂ, ਜਦੋਂ ਸੰਸਾਰ ਯੁੱਧ ਲੱਗੇ, ਉਸ ਵੇਲੇ ਵੀ ਇਸੇ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀਆਂ ਸੀ ਜਿਹੜੀਆਂ ਡਿਵੈਲਪਮੈਂਟ ਇਸ ਵੇਲੇ। ਬਿਲਕੁਲ, ਡਿਵੈਲਪਮੈਂਟ ਤੇ ਨਾਲ ਨਾਲ ਟੈਕਨੋਲੋਜੀ ਬਹੁਤ ਕੁਝ ਆ ਰਿਹਾ ਹੈਗਾ। ਨਾਲ ਨਾਲ ਸਾਨੂੰ ਲੀਡਰਸ ਵੀ ਚਾਹੀਦੇ ਨੇ ਜਿਹੜੇ ਟੈਕਨੋਲੋਜੀ ਨਾਲ ਕੰਮ ਕਰ ਸਕਦੇ ਹੋਣ। ਸਾਨੂੰ ਪੁਰਾਣੇ ਲੀਡਰ ਨਹੀਂ ਚਾਹੀਦੇ ਹੈਗੇ। ਸੋ ਲੀਡਰਸ਼ਿਪ ਦੀ ਘਾਟ ਹੋਣ ਕਰਕੇ ਸਾਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਹੋਰ ਵਧੀਆ ਸੋਚ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ, ਜਿਹੜੇ ਵਧੀਆ ਲੀਡਰ ਬਣ ਸਕਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਬਿਲਕੁਲ, ਸਟੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀ, ਪਰ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਚਿੰਤਾ ਵੱਧ ਰਹੀ ਹੈ ਕਿਉਂਕਿ ਦੂਜੀ ਵੇਵ ਹਰ ਕਿਤੇ ਆ ਰਹੀ ਹੈਗੀ ਹੈ। ਸੋ ਸਾਨੂੰ ਪ੍ਰੀਕਾਸ਼ਨਸ ਲੈਣੇ ਚਾਹੀਦੇ ਆ, ਗਾਈਡਲਾਈਨਸ ਫੋਲੋ ਕਰਨੀਆਂ ਚਾਹੀਦੀਆਂ ਨੇ। ਨਾਲ ਨਾਲ ਤੁਸੀਂ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ, ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ, ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।